ਲਾਈਵ ਵੀ ਹੋਣਾ ਪੂਣਾ ਆਪਾਂ ਨੂੰ ਉੱਤੇ ਇੱਥੇ ਆ ਜਾਣਾ ਲਾਈਵ ਦਾ ਹੁਣ ਬਸ ਠੀਕ ਆ ਹੁਣ ਲੱਗ ਗਿਆ ਸਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਵੈਲਕਮ ਤੁਹਾਡਾ ਸਾਰਿਆਂ ਦਾ ਵਾਰਮ ਵੈਲਕਮ ਐਟ ਮਲੂਕਾ IAS YouTube ਚੈਨਲ। ਗਾਇਜ਼ ਜਿਵੇਂ ਆਪਾਂ ਪਿਛਲੇ 2-3 ਦਿਨਾਂ ਤੋਂ ਕਰੰਟ ਅਫੇਅਰਸ ਦੀ ਜੋ ਸਾਡੀਆਂ ਕਲਾਸਿਸ ਚੱਲ ਰਹੀਆਂ ਨੇ ਉਸੇ ਸੀਰੀਜ਼ ਦੇ ਵਿੱਚ ਅੱਜ ਸਾਡਾ ਜੋ ਲੈਕਚਰ ਹੈ ਇਹ 4th ਲੈਕਚਰ ਹੈ ਸਾਡਾ ਕਰੰਟ ਅਫੇਅਰਸ ਦਾ, ਜੋ ਅਸੀਂ ਸਪੈਸੀਫਿਕਲੀ PCS ਨੂੰ ਟਾਰਗੇਟ ਕਰਕੇ ਇੱਥੇ PCS 2023 ਨੂੰ ਟਾਰਗੇਟ ਕਰਕੇ ਆਪਾਂ ਚੱਲ ਰਹੇ ਹਾਂ ਇੱਥੇ। ਤੇ ਜਿਵੇਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਥੈਂਕ ਯੂ, ਕਿਉਂਕਿ ਸਾਡੀਆਂ ਜੋ ਵੀ ਆਪਾਂ ਇਸ ਸੀਰੀਜ਼ ਦੇ ਵਿੱਚ ਵੀਡੀਓਜ਼ ਲੈ ਕੇ ਆਏ ਹਾਂ ਉਹਨੂੰ ਵਧੀਆ ਤੁਸੀਂ ਰਿਸਪੌਂਸ ਦੇ ਰਹੇ ਹੋ ਤੇ ਇਸੇ ਤਰ੍ਹਾਂ ਇਸ ਚੀਜ਼ ਨੂੰ ਕੰਟੀਨਿਊ ਰੱਖੋ, ਵੀਡੀਓਜ਼ ਨੂੰ ਦੇਖੋ ਤੇ ਜਿੰਨਾ ਹੋ ਸਕਦਾ ਅੱਗੇ ਇਹਨੂੰ ਸ਼ੇਅਰ ਕਰੋ, ਬਿਕੋਜ਼ ਜਦੋਂ ਤੁਹਾਡੇ ਵੱਲੋਂ ਪੋਜ਼ਿਟਿਵ ਰਿਸਪੌਂਸ ਮਿਲਦਾ ਤਾਂ ਉਹ ਸਾਨੂੰ ਵੀ ਹੋਰ ਮੋਟੀਵੇਟ ਕਰਦਾ ਵੀ ਅਸੀਂ ਹੋਰ ਇੱਕ ਡੈਡੀਕੇਟਡ ਵੇ ਦੇ ਵਿੱਚ ਤੁਹਾਡੇ ਲਈ ਜੋ ਸਾਡਾ ਕੰਟੈਂਟ ਆ ਉਹਨੂੰ ਤਿਆਰ ਕਰੀਏ। ਤੇ ਇੱਕ ਵਾਰ ਗਾਈਜ਼ ਮੈਨੂੰ ਮੈਸੇਜ ਕਰਕੇ ਜਾਂ ਚੈਟ ਦੇ ਵਿੱਚ ਦੱਸ ਦਿਓ ਵੀ ਤੁਹਾਨੂੰ ਆਵਾਜ਼ ਆ ਰਹੀ ਹੈ ਕਿ ਨਹੀਂ ਆ ਰਹੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਜੀ, ਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਆਵਾਜ਼ ਆ ਰਹੀ ਹੈ, ਤੁਹਾਨੂੰ ਵੀਡੀਓ ਪ੍ਰੋਪਰ ਮਿਲ ਰਹੀ ਹੈ, ਸ਼ੋ ਹੋ ਰਿਹਾ ਲਾਈਵ? ਹਾਂਜੀ ਤੇ ਅੱਜ ਦਾ ਜੋ ਸਾਡੇ ਟੌਪਿਕਸ ਨੇ ਉਹਦੇ ਤੋਂ ਪਹਿਲਾਂ ਆਪਾਂ ਉਹ ਟੌਪਿਕਸ, ਠੀਕ ਹੈ ਜੀ ਸਾਹਿਲ ਜੀ ਥੈਂਕ ਯੂ ਜੀ। ਟੌਪਿਕ ਸਾਡਾ ਸਟਾਰਟ ਕਰਨ ਤੋਂ ਪਹਿਲਾਂ ਗਾਇਜ਼ ਵੀ ਨੋ ਟੁਡੇ ਇਜ਼ 26th of November ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਪੁੱਛ ਰਿਹਾ ਵੀ ਇਹ 26 ਨਵੰਬਰ ਸਾਡੇ ਇੰਡੀਆ ਲਈ ਇੰਪੋਰਟੈਂਟ ਕਿਉਂ ਹੈ, ਕਿਉਂਕਿ ਜਦੋਂ ਅਸੀਂ ਚਾਹੇ UPSC ਲਈ ਪ੍ਰਪੇਅਰ ਕਰ ਰਹੇ ਹਾਂ, ਚਾਹੇ ਅਸੀਂ ਕਿਸੇ ਸਟੇਟ ਸਰਵਿਸਿਜ਼ ਦੇ ਐਗਜ਼ਾਮ ਲਈ ਪ੍ਰਪੇਅਰ ਕਰ ਰਹੇ ਹਾਂ, ਤਾਂ ਕੁਛ ਨਾ ਹਿਸਟੋਰੀਕਲ ਇਵੈਂਟਸ ਨੇ ਜੋ ਸਾਡੇ ਲਈ ਬਹੁਤ ਇੰਪੋਰਟੈਂਟ ਨੇ ਤੇ ਜਾਂ ਕੁਛ ਕਹਿ ਲਓ ਹਿਸਟੋਰੀਕਲ ਦੇ ਨਾਲ ਨਾਲ ਕੁਛ ਰੀਸੈਂਟ ਇਵੈਂਟਸ ਵੀ ਇੱਦਾਂ ਦੀਆਂ ਹੈਗੀਆਂ ਨੇ ਜੋ ਸਾਡੇ ਲਈ ਬਹੁਤ ਇੰਪੋਰਟੈਂਟ ਨੇ। ਸੋ ਤੁਸੀਂ ਸਾਰਿਆਂ ਨੇ ਚੈਟ ਦੇ ਰਾਹੀਂ ਮੈਸੇਜ ਦੇ ਰਾਹੀਂ ਦੱਸਣਾ ਕਿ 26 ਨਵੰਬਰ ਦੀ ਇੰਪੋਰਟੈਂਸ ਇੰਡੀਆ ਦੇ ਕੰਟੈਕਸਟ ਦੇ ਵਿੱਚ ਕੀ ਹੈ, ਉਹਨੂੰ ਆਪਾਂ ਮਿਡਲ ਆਫ ਦਾ ਲੈਕਚਰ ਡਿਸਕਸ ਕਰਾਂਗੇ ਉਦੋਂ ਤੱਕ, ਤਾਂ ਕਿ ਬਾਕੀ ਬੱਚੇ ਵੀ ਆਪਣੇ ਆਨਸਰ ਸਾਨੂੰ ਦੇ ਸਕਣ। ਠੀਕ ਹੈ ਜੀ, 26 ਨਵੰਬਰ ਦੀ ਕੀ ਰੈਲੇਵੈਂਸ ਆ ਇੰਡੀਆ ਦੇ ਕੰਟੈਕਸਟ ਦੇ ਵਿੱਚ। ਚਲੋ ਅੱਜ ਆਪਾਂ ਆਪਣਾ ਜੋ ਲੈਕਚਰ ਹੈ ਉਹਨੂੰ ਸਟਾਰਟ ਕਰਦੇ ਹਾਂ ਤੇ ਫਸਟ ਸਾਡਾ ਜੋ ਟੌਪਿਕ ਹੈ ਦੈਟ ਇਜ਼ ਸਾਈਟਸ, ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਆਫ ਇੰਡੇਂਜਰਡ ਸਪੀਸ਼ੀਜ਼ ਆਫ ਵਾਈਲਡ ਫਲੋਰਾ ਐਂਡ ਫਾਉਨਾ। ਠੀਕ ਹੈ ਜੀ, ਇਹ ਰੀਸੈਂਟਲੀ ਨਿਊਜ਼ ਦੇ ਵਿੱਚ ਨਿਊਜ਼ ਦੇ ਵਿੱਚ ਸੀ, ਕਿਉਂਕਿ ਜਿਵੇਂ ਆਪਾਂ ਪਹਿਲਾਂ UNFCCC ਦੀ ਕਾਨਫਰੰਸ ਆਫ ਪਾਰਟੀਜ਼ ਬਾਰੇ ਡਿਸਕਸ ਕੀਤਾ ਸੀ, ਉਸੇ ਤਰ੍ਹਾਂ ਇਹ ਵੀ ਇੱਕ ਕਨਵੈਨਸ਼ਨ ਹੈ ਜਿਹਦੀ ਰੀਸੈਂਟਲੀ 19th ਕਾਨਫਰੰਸ ਆਫ ਪਾਰਟੀਜ਼ ਹੈਲਡ ਹੋਈ ਆ ਤੇ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਬਟ ਬਿਫੋਰ ਦੈਟ ਜੋ ਸਾਡਾ ਇਹਦੇ ਟੌਪਿਕ ਦੇ ਨਾਲ ਰਿਲੇਟਡ ਕੁਐਸਚਨ ਹੈ ਦੈਟ ਇਜ਼ ਵਿਚ ਆਫ ਦਾ ਫੋਲੋਇੰਗ ਇਜ਼ ਸਟੇਟ ਟਰੀ ਆਫ ਪੰਜਾਬ। ਬਹੁਤ ਈਜ਼ੀ ਕੁਐਸਚਨ ਹੈ ਬਟ ਫਿਰ ਵੀ ਚਲੋ ਕਈ ਵਾਰੀ ਕਿਸੇ ਨੂੰ ਨਹੀਂ ਪਤਾ ਹੁੰਦਾ ਤਾਂ ਪਤਾ ਲੱਗ ਜੂ ਇਹਦੇ ਨਾਲ। ਵਿਚ ਆਫ ਦਾ ਫੋਲੋਇੰਗ ਇਜ਼ ਸਟੇਟ ਟਰੀ ਆਫ ਪੰਜਾਬ। ਫਸਟ ਆਪਸ਼ਨ ਹੈ ਤੁਹਾਨੂੰ ਸ਼ੀਸ਼ਮ, ਸੈਕੰਡ ਇਜ਼ ਨੀਮ, ਥਰਡ ਇਜ਼ ਯੂਕਲਿਪਟਸ ਐਂਡ ਦੈਨ D ਇਜ਼ ਬਨੀਅਨ ਟਰੀ। ਠੀਕ ਹੈ ਜੀ, ਪੰਜਾਬੀ 'ਚ ਆਪਾਂ ਟਾਹਲੀ ਕਹਿ ਦਿੰਦੇ ਹਾਂ ਸ਼ੀਸ਼ਮ ਨੂੰ, ਨਿੰਮ ਹੋ ਗਈ, ਸਫੈਦਾ ਹੋ ਗਿਆ ਜਾਂ ਬਰਗਦ। ਠੀਕ ਹੈ, ਤੁਸੀਂ ਆਪਣੇ ਆਨਸਰ ਕਮੈਂਟ ਕਰਨੇ ਨੇ। ਹਾਂਜੀ ਕਾਫੀ ਬੱਚੇ ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ ਐਵਰੀਵਨ, ਗੁੱਡ ਈਵਨਿੰਗ। ਤੇ ਤੁਸੀਂ ਦੱਸ ਰਹੇ ਹੋ 26 ਦੀ ਰੈਲੇਵੈਂਸ, ਬਾਕੀਆਂ ਨੂੰ ਵੀ ਦੱਸਣ ਦਿਓ ਫਿਰ ਆਪਾਂ ਡਿਸਕਸ ਕਰਾਂਗੇ ਤੇ ਇਹਦਾ ਆਨਸਰ ਵੀ ਨਾਲ ਤੁਸੀਂ ਕਮੈਂਟ ਕਰਨਾ। ਠੀਕ ਹੈ ਜੀ,
ਸਟੇਟ ਟਰੀ ਆਫ ਪੰਜਾਬ ਇਹਨਾਂ ਚੋਂ ਕਿਹੜਾ ਹੈ। ਤੇ ਹੁਣ ਆਪਾਂ ਗੱਲ ਕਰਦੇ ਹਾਂ 19th ਕਾਨਫਰੰਸ ਆਫ ਪਾਰਟੀਜ਼ ਆਫ ਸਾਈਟਸ ਜੋ ਰੀਸੈਂਟਲੀ ਪਨਾਮਾ ਸਿਟੀ ਦੇ ਵਿੱਚ ਹੋਸਟ ਹੋਈ ਸੀ। ਤੇ ਇਹ ਵੀ ਕਮੈਂਟ ਕਰੋ ਕਿ ਪਨਾਮਾ ਕਿਸ ਰੀਜਨ ਦੀ ਕੰਟਰੀ ਹੈ, ਕਿਸ ਕੌਂਟੀਨੈਂਟ ਦਾ ਪਾਰਟ ਹੈ, ਇਹ ਵੀ ਤੁਸੀਂ ਦੱਸਣਾ, ਠੀਕ ਹੈ, ਕਿ ਪਨਾਮਾ ਜੋ ਸਿਟੀ ਹੈ ਕਿਸ ਕੌਂਟੀਨੈਂਟ ਦਾ ਪਾਰਟ ਹੈ ਜਾਂ ਕਿਸ ਰੀਜਨ ਦੇ ਵਿੱਚ ਇਹ ਕੰਟਰੀ ਮਿਲਦੀ ਆ। ਤੇ ਜੋ ਕਾਨਫਰੰਸ ਆਫ ਪਾਰਟੀਜ਼ 19th ਜੋ ਸਾਈਟਸ ਦੀ ਹੋਈ ਹੈ ਇਹਨੂੰ ਵਰਲਡ ਵਾਈਲਡ ਲਾਈਫ ਕਾਨਫਰੰਸ ਵੀ ਕਿਹਾ ਜਾਂਦਾ, ਠੀਕ ਹੈ। ਇਹਦਾ ਜੋ ਰੀਸੈਂਟ ਆਪਣੀ ਕਾਨਫਰੰਸ ਹੋਈ ਆ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਇਹਦੇ ਬਾਅਦ ਆਪਾਂ ਸਾਈਟਸ ਬਾਰੇ ਵੀ ਡਿਟੇਲ 'ਚ ਡਿਸਕਸ ਕਰਾਂਗੇ ਕਿ ਸਾਈਟਸ ਹੈ ਕੀ ਆ, ਕਦੋਂ ਹੋਣ ਚਾਹੀਏ, ਉਹਦੀ ਰੈਲੇਵੈਂਸ ਕੀ ਹੈ, ਇੰਪੋਰਟੈਂਸ ਕੀ ਹੈ। ਤੇ ਜਦੋਂ ਆਪਾਂ ਸਾਈਟਸ ਦੀ ਗੱਲ ਕਰਦੇ ਹਾਂ ਗਾਇਜ਼ ਤਾਂ ਸਾਈਟਸ 1975 ਦੇ ਵਿੱਚ ਇਟ ਵਾਜ਼ ਐਂਟਰਡ ਇਨਟੂ ਫੋਰਸ, ਮਤਲਬ ਇਹ ਇੱਕ ਐਗਰੀਮੈਂਟ ਹੈ, ਇੱਕ ਟ੍ਰੀਟੀ, ਇਹ ਕੋਈ ਇੰਸਟੀਚਿਊਟ ਨਹੀਂ ਹੈ ਆਪਣੇ ਆਪ ਵਿੱਚ, ਇਹ ਇੱਕ ਐਗਰੀਮੈਂਟ ਹੈ ਜਿਹਨੂੰ 1975 ਦੇ ਵਿੱਚ ਸਾਈਨ ਕੀਤਾ ਗਿਆ ਸੀ, ਕੰਟਰੀਜ਼ ਦੁਆਰਾ ਰੈਟੀਫਾਈ ਕੀਤਾ ਗਿਆ ਸੀ। ਸੋ ਦੈਟ ਵੀ ਕੈਨ ਸੇ ਦੈਟ ਸਿੰਸ 1975 ਦਾ ਕਨਵੈਨਸ਼ਨ ਇਜ਼ ਇਨ ਫੋਰਸ, ਠੀਕ ਹੈ ਜੀ। ਹੈ ਕਾਹਦੇ ਲਈ ਇਹ ਕਨਵੈਨਸ਼ਨ, ਜਿਵੇਂ ਇਹਦੇ ਨਾਂ ਤੋਂ ਸਾਨੂੰ ਪਤਾ ਲੱਗ ਰਿਹਾ ਕਿ ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਆਫ ਇੰਡੇਂਜਰਡ ਸਪੀਸ਼ੀਜ਼ ਆਫ ਵਾਈਲਡ ਫਲੋਰਾ ਐਂਡ ਫਾਉਨਾ। ਜੋ ਵੀ ਇੰਡੇਂਜਰਡ ਸਪੀਸ਼ੀਜ਼ ਨੇ, ਫਲੋਰਾ ਐਂਡ ਫਾਉਨਾ, ਫਲੋਰਾ ਮਤਲਬ ਜਿਵੇਂ ਕਹ ਲਓ ਪਲਾਂਟਸ ਦੇ ਨਾਲ ਰਿਲੇਟਡ ਹੋ ਗਈਆਂ, ਫਾਉਨਾ ਮਤਲਬ ਜੋ ਵਾਈਲਡ ਐਨੀਮਲਸ ਨੇ ਜਾਂ ਕੁਝ ਬਰਡਸ ਨੇ, ਉਹ ਹੋ ਗਏ ਫਾਉਨਾ ਦਾ ਪਾਰਟ, ਠੀਕ ਹੈ ਜੀ। ਉਹਨਾਂ ਦੀ ਜੋ ਇੰਟਰਨੈਸ਼ਨਲ ਲੈਵਲ ਤੇ ਟ੍ਰੇਡ ਹੋ ਰਹੀ ਆ ਉਸ ਚੀਜ਼ ਨੂੰ ਰੈਗੂਲੇਟ ਕਰਨ ਦੇ ਲਈ ਇਹ ਕਨਵੈਨਸ਼ਨ ਬਣੀ ਆ। ਰੈਗੂਲੇਟ ਕਿਉਂ ਕਰਨਾ, ਤਾਂ ਕਿ ਜੋ ਇੰਟਰਨੈਸ਼ਨਲ ਟ੍ਰੇਡ ਉਹਨਾਂ ਦੀ ਹੋ ਰਹੀ ਆ ਉਸ ਟ੍ਰੇਡ ਦੇ ਨਾਲ ਉਹ ਜੋ ਸਪੀਸ਼ੀਜ਼ ਨੇ ਜਿਨ੍ਹਾਂ ਦੀ ਟ੍ਰੇਡ ਹੋ ਰਹੀ ਆ ਉਹਨਾਂ ਦੀ ਜੋ ਐਗਜ਼ਿਸਟੈਂਸ ਹੈ, ਉਹਨਾਂ ਦੀ ਜੋ ਸਰਵਾਈਵਲ ਆ, ਉਹ ਥ੍ਰੈਟ, ਉਹਨੂੰ ਕੋਈ ਥ੍ਰੈਟ ਨਾ ਪਹੁੰਚੇ, ਠੀਕ ਹੈ ਜੀ। ਇਹ ਨਾ ਹੋਵੇ ਕਿ ਅੱਜ ਆਪਾਂ ਟ੍ਰੇਡ ਕਰ ਰਹੇ ਹਾਂ ਉਹਨਾਂ ਦੀ ਤੇ ਕੱਲ ਨੂੰ ਉਹਨਾਂ ਦੇ ਵਿੱਚੋਂ ਸਪੀਸ਼ੀਜ਼ ਖਤਮ ਹੀ ਹੋ ਜਾਣ। ਉਹ ਮਤਲਬ ਆਪਾਂ ਧਿਆਨ ਨਾ ਦਈਏ ਵੀ ਉਹਨਾਂ ਦੀ ਟ੍ਰੇਡ ਕਰਨ ਦੇ ਲਾਇਕ ਹੈ ਵੀ ਕਿ ਨਹੀਂ ਹੈ, ਜਾਂ ਮਤਲਬ ਇੱਕ ਕੰਟਰੀ ਤੋਂ ਦੂਸਰੀ ਕੰਟਰੀ 'ਚ ਲਿਜਾ ਰਹੇ ਹਾਂ, ਸਾਨੂੰ ਇਹ ਪਤਾ ਨਹੀਂ ਕਿ ਉਹ ਜੋ ਸਪੀਸ਼ੀਜ਼ ਨੇ ਉਹ ਦੂਸਰੀ ਕੰਟਰੀ 'ਚ ਜਾ ਕੇ ਸਰਵਾਈਵ ਕਰ ਵੀ ਸਕਣਗੀਆਂ ਕਿ ਨਹੀਂ ਕਰ ਸਕਣਗੀਆਂ, ਠੀਕ ਹੈ ਜੀ। ਉਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਣ ਲਈ ਤਾਂ ਕਿ ਉਹਨਾਂ ਸਪੀਸ਼ੀਜ਼ ਦੀ ਜੋ ਸਰਵਾਈਵਲ ਹੈ, ਜੋ ਉਹਨਾਂ ਦੀ ਪੋਪੂਲੇਸ਼ਨ ਆ, ਉਹ ਨੈਗੇਟਿਵਲੀ ਇੰਪੈਕਟ ਨਾ ਹੋਵੇ, ਤਾਂ ਇਹ ਕਨਵੈਨਸ਼ਨ ਨੂੰ ਲਿਆਂਦਾ ਗਿਆ। ਤੇ ਇਹਦੇ ਜੋ ਮੈਂਬਰ ਪਾਰਟੀਜ਼ ਨੇ ਕਿੰਨੇ ਨੇ, 184 ਮੈਂਬਰ ਪਾਰਟੀਜ਼ ਨੇ ਇਹਦੇ, ਠੀਕ ਹੈ ਜੀ। 184 ਮੈਂਬਰ ਪਾਰਟੀਜ਼ ਨੇ। ਤੇ ਜੇ ਆਪਾਂ ਇਹ ਕਨਵੈਨਸ਼ਨ ਦੀ ਗੱਲ ਕਰਦੇ ਹਾਂ, ਕਨਵੈਨਸ਼ਨ ਆ ਜੋ ਸਾਰੀਆਂ ਮੈਂਬਰ ਪਾਰਟੀਜ਼ ਤੇ ਲੀਗਲੀ ਬਾਈਂਡਿੰਗ ਆ, ਮਤਲਬ ਜਿਹਨੇ ਵੀ ਕਿਸੇ ਵੀ ਕੰਟਰੀ ਨੇ ਜੇ ਇਸ ਕਨਵੈਨਸ਼ਨ ਨੂੰ ਰੈਟੀਫਾਈ ਕਰਤਾ ਦੈਨ ਆਟੋਮੈਟਿਕਲੀ ਦਿਸ ਕਨਵੈਨਸ਼ਨ ਬਿਕਮਸ ਲੀਗਲੀ ਬਾਈਂਡਿੰਗ ਔਨ them, ਮਤਲਬ ਉਹਨਾਂ ਨੂੰ ਇਹਦੀਆਂ ਜੋ ਪ੍ਰੋਵੀਜ਼ਨਸ ਨੇ they have to follow all the provisions, they have to abide by those provisions, ਠੀਕ ਹੈ ਜੀ। that is but means from legally binding। ਤੇ ਜੋ ਇਹਨਾਂ ਦਾ ਟਾਰਗੇਟ ਹੈ, ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਦਾ ਏਮ ਹੈ ਉਹਨਾਂ ਦੀ ਸਰਵਾਈਵਲ ਨੂੰ ਇਨਸ਼ੋਰ ਕਰਨਾ, ਉਹ ਸਰਵਾਈਵਲ ਉਹਨਾਂ ਦੀ ਉਸੇ ਤਰ੍ਹਾਂ ਬਣੀ ਰਹੇ। ਤੇ ਆ ਇਹਨਾਂ ਦਾ ਲੋਗੋ ਹੈ ਸਾਈਟਸ ਦਾ। ਤੇ ਹੁਣ ਜਿਵੇਂ ਆਪਾਂ ਇਹਦੇ ਗੱਲ ਕਰੀਏ ਅਪੈਂਡਿਸਿਸ ਦੀ, ਮਤਲਬ ਇਹ ਜੋ ਕਨਵੈਨਸ਼ਨ ਹੈ ਇਹਦੇ ਅੰਡਰ ਨਾ 3 ਕੈਟਾਗਰੀਜ਼ ਦੇ ਵਿੱਚ ਇਹਨੂੰ ਡਿਵਾਈਡ ਕਰ ਰੱਖਿਆ। ਜੋ ਆਪਾਂ ਸਪੀਸ਼ੀਜ਼ ਨੇ ਦੇ ਹੈਵ ਟੂ ਬੀ ਪ੍ਰੋਟੈਕਟਡ ਐਂਡ ਦੇ ਅਕੋਰਡਿੰਗ ਟੂ ਦੇਅਰ ਸਟੇਟਸ, ਮਤਲਬ ਉਹ ਕਿੰਨੀਆਂ ਥ੍ਰੈਟਨਡ ਨੇ, ਕਿੰਨੀਆਂ ਸੇਫ ਨੇ, ਉਹਨਾਂ ਦੇ ਅਕੋਰਡਿੰਗ ਆਪਾਂ 3 ਕੈਟਾਗਰੀਜ਼ ਡਿਵਾਈਡ ਕੀਤੀਆਂ ਹੋਈਆਂ ਨੇ, ਜਿਨ੍ਹਾਂ ਨੂੰ ਅਪੈਂਡਿਕਸ ਕਿਹਾ ਜਾਂਦਾ, ਅਪੈਂਡਿਕਸ 1, ਅਪੈਂਡਿਕਸ 2, ਅਪੈਂਡਿਕਸ 3। ਤੇ ਉਹਨਾਂ ਦੇ ਥ੍ਰੈਟ ਦੇ ਬੇਸਿਸ ਤੇ, ਔਨ ਦਾ ਬੇਸਿਸ ਆਫ ਦਾ ਥ੍ਰੈਟ ਦ ਸਪੀਸ਼ੀਜ਼ ਆਰ ਫੇਸਿੰਗ, ਤਾਂ ਆਪਾਂ ਉਹਨਾਂ ਨੂੰ ਇਹਨਾਂ ਅਪੈਂਡਿਸਿਸ ਦੇ ਵਿੱਚ ਡਿਵਾਈਡ ਕਰਦੇ ਹਾਂ। ਜੋ ਅਪੈਂਡਿਕਸ 1 ਹੈ ਉਹ ਇੱਕ ਹਾਈਐਸਟ, ਇਹ ਕਹਿ ਲਓ ਵੀ ਹਾਈਐਸਟ ਕੈਟਾਗਰੀ ਆਫ ਪ੍ਰੋਟੈਕਸ਼ਨ ਪ੍ਰੋਵਾਈਡ ਕਰਦਾ, ਮਤਲਬ ਜੋ ਬੈਸਟ ਪ੍ਰੋਟੈਕਸ਼ਨ ਹੈ ਉਹ ਅਪੈਂਡਿਕਸ 1 ਦੇ ਵਿੱਚ ਆ। ਉਸ ਤੋਂ ਘੱਟ, ਥੋੜੀ ਜਿਹੀ ਘੱਟ ਪ੍ਰੋਟੈਕਸ਼ਨ ਆ ਉਹ ਅਪੈਂਡਿਕਸ 2 ਦੇ ਵਿੱਚ ਆ, ਤੇ 3 ਦੇ ਵਿੱਚ ਉਸ ਤੋਂ ਵੀ ਜ਼ਿਆਦਾ ਘੱਟ ਹੈ। ਤੇ ਜੇ ਆਪਾਂ ਕਿਸੇ ਚੀਜ਼ ਨੂੰ ਅਪੈਂਡਿਕਸ 1 ਦੇ ਵਿੱਚ ਰੱਖ ਰਹੇ ਹਾਂ ਦੈਟ ਮੀਨਸ ਵੀ ਆਰ ਪ੍ਰੋਵਾਈਡਿੰਗ them ਦਾ ਹਾਈਐਸਟ ਡਿਗਰੀ ਆਫ ਪ੍ਰੋਟੈਕਸ਼ਨ। ਤੇ ਪ੍ਰੋਟੈਕਸ਼ਨ ਆਪਾਂ ਕਿਉਂ ਪ੍ਰੋਵਾਈਡ ਕਰਾਂਗੇ, ਮਤਲਬ ਜੇ ਉਹ ਜ਼ਿਆਦਾ ਥ੍ਰੈਟਨਡ ਹੋਣਗੀਆਂ, ਠੀਕ ਹੈ ਜੀ, ਉਹਨਾਂ ਸਪੀਸ਼ੀਜ਼ ਨੂੰ ਹੀ ਸਾਨੂੰ ਜ਼ਿਆਦਾ ਪ੍ਰੋਟੈਕਸ਼ਨ ਦੇਣ ਦੀ ਲੋੜ ਆ ਜਿਨ੍ਹਾਂ ਦੀ ਸਰਵਾਈਵਲ ਨੂੰ ਜ਼ਿਆਦਾ ਖਤਰਾ ਹੈ, ਜਿਨ੍ਹਾਂ ਦੀ ਹੋਂਦ ਨੂੰ ਜ਼ਿਆਦਾ ਥ੍ਰੈਟ ਹੈ। ਸੋ ਅਪੈਂਡਿਕਸ 1 ਦੇ ਵਿੱਚ ਉਹ ਸਪੀਸ਼ੀਜ਼ ਨੇ ਮੋਸਟ ਥ੍ਰੈਟਨਡ ਸਪੀਸ਼ੀਜ਼ ਐਂਡ ਦੈਟਸ ਵਾਈ ਜਿਹੜੀ ਉਹਨਾਂ ਦੀ ਟ੍ਰੇਡ ਆ ਉਹਨੂੰ ਆਪਾਂ ਰਿਸਟ੍ਰਿਕਟ ਕੀਤਾ ਹੋਇਆ, ਉਹਨਾਂ ਦੀ ਟ੍ਰੇਡ ਨਹੀਂ ਕੀਤੀ ਜਾ ਸਕਦੀ। ਇਸ ਲੈਵਲ ਤੇ ਉਹਨਾਂ ਨੂੰ ਥ੍ਰੈਟ ਪਹੁੰਚ ਚੁੱਕਿਆ ਵੀ ਉਹਨਾਂ ਦੀ ਹੁਣ ਆਪਾਂ ਟ੍ਰੇਡ ਨਹੀਂ ਕਰ ਸਕਦੇ। ਤੇ ਜੋ ਅਪੈਂਡਿਕਸ 2 ਹੈ ਇਹਦੇ ਵਿੱਚ ਉਹ ਸਪੀਸ਼ੀਜ਼ ਨੇ ਜਿਹੜੀਆਂ ਥ੍ਰੈਟਨਡ ਤਾਂ ਹੈ ਬਟ ਉਹਨਾਂ ਨੂੰ ਉਹਨਾਂ ਦੀ ਹੋਂਦ ਦਾ ਖਤਰਾ ਨਹੀਂ ਹੈ,
मतलब ਉਹਨਾਂ ਦੀ ਆਪਾਂ ਟ੍ਰੇਡ ਕਰ ਸਕਦੇ ਹਾਂ, ਠੀਕ ਹੈ ਜੀ। ਤਾਂ ਉਹਨਾਂ ਦੇ ਲਈ ਟ੍ਰੇਡ ਅਲਾਉ ਕੀਤੀ ਹੈ ਬਿਕੋਜ਼ ਉਹਨਾਂ ਦੀ ਹੋਂਦ ਨੂੰ, ਉਹਨਾਂ ਦੀ ਐਗਜ਼ਿਸਟੈਂਸ ਨੂੰ ਹਲੇ ਖਤਰਾ ਨਹੀਂ ਹੋਇਆ। ਐਂਡ ਥਰਡ ਅਪੈਂਡਿਕਸ ਦੇ ਵਿੱਚ ਉਹ ਸਪੀਸ਼ੀਜ਼ ਨੇ ਜੋ ਕੰਟਰੀਜ਼ ਦੀ ਰਿਕੁਐਸਟ ਦੇ ਉੱਪਰ ਐਡ ਕੀਤੀਆਂ ਜਾਂਦੀਆਂ ਨੇ। ਲਾਈਕ ਆਪਾਂ ਇੰਡੀਆ ਦੀ ਗੱਲ ਕਰ ਲਈਏ ਵੀ ਇੰਡੀਆ ਦੀ ਕੋਈ ਸਪੀਸ਼ੀਜ਼ ਆ, ਕੋਈ ਵੀ ਸਪੀਸ਼ੀ ਆ, ਚਾਹੇ ਪਲਾਂਟ ਦੀ ਚਾਹੇ ਐਨੀਮਲ ਦੀ, ਉਹਨੂੰ ਗਲੋਬਲ ਲੈਵਲ ਤੇ ਬਹੁਤਾ ਹਲੇ ਥ੍ਰੈਟ ਨਹੀਂ ਹੈ। ਬਟ ਇੰਡੀਆ ਦੇ ਵਿੱਚ ਆਪਾਂ ਕਹਿ ਲਈਏ ਵੀ ਉਹਦੀ ਜੋ ਪੋਪੂਲੇਸ਼ਨ ਹੈ ਉਹ ਬਹੁਤ ਜ਼ਿਆਦਾ ਵੀ ਨਹੀਂ ਹੈ, ਨਾਰਮਲ ਲੈਵਲ ਆ। ਵੀ ਆਪਾਂ ਦੇਖਦੇ ਹਾਂ ਵੀ ਜੇ ਇਹਦੀ ਜ਼ਿਆਦਾ ਆਪਾਂ ਹੁਣ ਇਹਨੂੰ ਕੰਟਰੋਲ ਨਹੀਂ ਕਰਾਂਗੇ ਤਾਂ ਉਹਦੀ ਸਰਵਾਈਵਲ ਨੂੰ ਥ੍ਰੈਟ ਹੋ ਸਕਦਾ। ਤਾਂ ਆਪਾਂ ਸਾਈਟਸ ਨੂੰ ਕਹਿ ਲਓ ਕਹਾਂਗੇ ਜਾਂ ਲੈਟਰ ਲਿਖਾਂਗੇ ਕਿ ਦਿਸ ਇਜ਼ ਦਾ ਸਪੀਸ਼ੀਜ਼ ਐਂਡ ਵੀ ਆਰ ਰਿਕੁਐਸਟਿੰਗ ਯੂ ਟੂ ਪਲੀਜ਼ ਐਡ ਇਟ ਟੂ ਦਾ ਅਪੈਂਡਿਕਸ 3, ਤੇ ਉਹਨੂੰ ਅਪੈਂਡਿਕਸ 3 ਦੇ ਵਿੱਚ ਐਡ ਕਰ ਦੇਣਗੇ ਤਾਂ ਕਿ ਬਾਕੀ ਦੀਆਂ ਜੋ ਕੰਟਰੀਜ਼ ਨੇ ਦੇ ਮਸਟ ਨੋ ਅਬਾਊਟ ਦਾ ਥ੍ਰੈਟ ਦਾ ਸਪੀਸ਼ੀਜ਼ ਇਜ਼ ਫੇਸਿੰਗ ਇਨ ਇੰਡੀਆ, ਓਕੇ, ਤਾਂ ਕਿ ਉਹਨਾਂ ਦੇ ਨਾਲ ਆਪਾਂ ਕੋਆਪਰੇਟ ਕਰਕੇ ਚੱਲ ਸਕੀਏ। ਤੇ ਇਹਨਾਂ ਦੇ ਵਿੱਚ ਵੀ ਟ੍ਰੇਡ ਅਲਾਉ ਕੀਤੀ ਜਾਂਦੀ ਹੈ। ਤੁਹਾਨੂੰ ਪੁੱਛਿਆ ਜਾ ਸਕਦਾ ਕਿ ਕਿਹੜੇ ਅਪੈਂਡਿਕਸ ਦੇ ਵਿੱਚ ਸਪੀਸ਼ੀਜ਼ ਦੀ ਟ੍ਰੇਡ ਅਲਾਉਡ ਹੈ ਜਾਂ ਕਿਹੜੇ ਅਪੈਂਡਿਕਸ ਦੇ ਵਿੱਚ ਉਹਨਾਂ ਦੀ ਟ੍ਰੇਡ ਅਲਾਉਡ ਨਹੀਂ ਹੈ, ਠੀਕ ਹੈ ਜੀ। ਉਹ ਸਿਰਫ ਅਪੈਂਡਿਕਸ 1 ਆ ਜਿਹਦੇ ਵਿੱਚ ਟ੍ਰੇਡ ਅਲਾਉਡ ਹੈ, ਬਾਕੀਆਂ ਦੇ ਵਿੱਚ ਨਹੀਂ ਹੈ, ਓਕੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜੋ ਕਰੰਟ ਇਹਦੇ ਵਿੱਚ ਨਿਊਜ਼ ਦੇ ਵਿੱਚ ਕਿਉਂ ਸੀ ਤੇ ਪੰਜਾਬ ਦੇ ਲਈ ਕਿਉਂ ਇੰਪੋਰਟੈਂਟ ਹੈ ਇਹ। ਕਿਉਂ ਜੋ ਇਹਨਾਂ ਦੀ ਰੀਸੈਂਟ ਕਾਨਫਰੰਸ ਆਫ ਪਾਰਟੀਜ਼ ਹੋਈ ਹੈ ਨਾ, 9th ਕਾਨਫਰੰਸ ਆਫ ਪਾਰਟੀਜ਼ ਜੋ ਪਨਾਮਾ ਦੇ ਵਿੱਚ ਹੋਸਟ ਕੀਤੀ ਗਈ ਆ, ਉਹਦੇ ਅੰਡਰ, ਹਾਂਜੀ ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ। ਉਹਦੇ ਅੰਡਰ ਨਾ ਜੋ ਇੰਡੀਆ ਦੀ ਜੋ ਇੱਕ ਪੇੜ ਆ ਸ਼ੀਸ਼ਮ, ਜਿਹਨੂੰ ਆਪਾਂ ਟਾਹਲੀ ਕਹਿ ਦਿੰਦੇ ਆ, ਉਹਨੂੰ ਅਪੈਂਡਿਕਸ 2 ਦੇ ਵਿੱਚ ਐਡ ਕੀਤਾ ਗਿਆ, ਠੀਕ ਹੈ ਜੀ। ਤੇ ਉਹਨਾਂ ਨੂੰ ਲੱਗਿਆ ਵੀ ਇਹਨੂੰ ਹੁਣ ਬਹੁਤ ਜ਼ਿਆਦਾ ਥ੍ਰੈਟ ਨਹੀਂ ਹੈ, ਤਾਂ ਉਹਨੂੰ ਆਪਾਂ ਅਪੈਂਡਿਕਸ 1 ਦੇ ਵਿੱਚੋਂ ਅਪੈਂਡਿਕਸ 2 ਦੇ ਵਿੱਚ ਲੈ ਆਂਦਾ। ਤੇ ਉਹਦੇ ਨਾਲ ਫਾਇਦਾ ਕੀ ਹੋਣਾ ਸਾਨੂੰ? ਉਹਦੇ ਨਾਲ ਫਾਇਦਾ ਇਹ ਹੋਣਾ ਵੀ ਉਹਦੀ ਹੁਣ ਥੋੜੀ ਜਿਹੀ ਟ੍ਰੇਡ ਇੰਟਰਨੈਸ਼ਨਲ ਲੈਵਲ ਤੇ ਹੋਊਗੀ, ਜਿਹਦੇ ਨਾਲ ਜੋ ਇੰਡੀਆ ਦੇ ਐਕਸਪੋਰਟਸ ਨੇ ਸਪੈਸ਼ਲੀ ਜੋ ਰਿਲੇਟਡ ਨੇ ਟੂ ਦ ਟਿੰਬਰ ਜੋ ਆਪਾਂ ਟਾਹਲੀ ਤੋਂ ਪ੍ਰੋਡਿਊਸ ਕਰਦੇ ਹਾਂ, ਉਹ ਗਲੋਬਲ ਮਾਰਕੀਟ ਦੇ ਵਿੱਚ ਆਪਾਂ ਐਕਸਪੋਰਟ ਕਰ ਸਕਾਂਗੇ, ਠੀਕ ਹੈ। ਉਹ ਸਾਨੂੰ ਉਹਦਾ ਰੈਲੇਵੈਂਸ ਹੈ। ਤੇ ਮੇਨ ਇਹਦੇ 'ਚ ਜੋ ਚੀਜ਼ ਸੀ ਉਹ ਇਹ ਸੀ ਵੀ ਟਾਹਲੀ ਨੂੰ ਅਪੈਂਡਿਕਸ 2 ਦੇ ਵਿੱਚ ਐਡ ਕਰ ਦਿੱਤਾ ਗਿਆ। ਤੇ ਜੋ ਕਾਨਫਰੰਸ ਆਫ ਪਾਰਟੀਜ਼ 19th ਹੋਈ ਹੈ, ਇਹਨੂੰ ਵਰਲਡ ਵਾਈਲਡ ਲਾਈਫ ਕਾਨਫਰੰਸ ਦਾ ਨਾਮ ਦਿੱਤਾ ਗਿਆ। ਇਹ ਪ੍ਰੀ ਦੇ ਵਿੱਚ ਪੁੱਛਿਆ ਜਾ ਸਕਦਾ, UPSC ਲਈ ਵੀ ਰੈਲੇਵੈਂਟ ਹੈ, PCS ਲਈ ਵੀ ਰੈਲੇਵੈਂਟ ਆ। ਤੁਸੀਂ ਧਿਆਨ ਰੱਖਣਾ ਵੀ ਜੋ ਵਰਲਡ ਵਾਈਲਡ ਲਾਈਫ ਕਾਨਫਰੰਸ ਹੈ ਉਹ ਕਾਨਫਰੰਸ ਆਫ ਪਾਰਟੀਜ਼ 19th ਆਫ ਸਾਈਟਸ ਦੀ ਹੈ, ਠੀਕ ਹੈ। ਤੇ ਇੱਕ ਗੱਲ ਹੋਰ ਆ ਵੀ ਜੋ ਸਾਈਟਸ ਕਨਵੈਨਸ਼ਨ ਆ ਨਾ, ਇਹ ਦੋਨੋਂ ਵਰਡਸ ਐਜ਼ ਵੈਲ ਜਾਂ ਐਨੀਮਲਸ ਐਜ਼ ਵੈਲ ਐਜ਼ ਪਲਾਂਟਸ ਦੋਨਾਂ ਨੂੰ ਕਵਰ ਕਰਦੀ ਆ। ਇਹ ਨਹੀਂ ਹੈ ਕਿ ਸਿਰਫ ਫਾਉਨਾ ਦੇ ਨਾਲ ਰਿਲੇਟਡ ਹੈ, ਫਾਉਨਾ ਐਜ਼ ਵੈਲ ਐਜ਼ ਫਲੋਰਾ ਬੋਥ ਆਰ ਕਵਰਡ ਅੰਡਰ ਸਾਈਟਸ। ਇਹ ਚੀਜ਼ਾਂ ਧਿਆਨ ਰੱਖਣ ਵਾਲੀਆਂ ਨੇ, ਪੁੱਛੀਆਂ ਜਾਣਗੀਆਂ ਪੇਪਰ ਦੇ ਵਿੱਚ ਇਹ। ਤੇ ਹੁਣ ਆਪਾਂ ਆਪਣੇ ਕੁਐਸਚਨ ਤੇ ਆਈਏ। ਬਹੁਤ ਬੱਚਿਆਂ ਨੇ ਆਨਸਰ ਇਹਦਾ ਕੀਤਾ ਤੇ ਆਲਮੋਸਟ ਸਾਰਿਆਂ ਦਾ ਆਨਸਰ ਸਹੀ ਹੈ। ਆਨਸਰ ਹੈ A, ਟਾਹਲੀ ਜੋ ਸ਼ੀਸ਼ਮ ਹੈ ਨਾ, ਇਹ ਪੰਜਾਬ ਦਾ ਸਟੇਟ ਟਰੀ ਹੈ। ਹਾਂਜੀ ਜਸਪਾਲ ਜੀ, PDF ਪ੍ਰੋਵਾਈਡ, ਹਾਂ PDF ਪ੍ਰੋਵਾਈਡ ਹੁੰਦੀ ਹੈ ਜੀ। ਇਹਦੀ PDF ਦੇ ਲਈ ਤੁਹਾਨੂੰ ਮਲੂਕਾ IAS ਦੀ ਐਪ ਡਾਊਨਲੋਡ ਕਰਨੀ ਪੈਣੀ ਆ ਜੇ ਤੁਸੀਂ ਐਂਡਰੋਇਡ ਯੂਜ਼ ਕਰ ਰਹੇ ਹੋ। ਜੇ ਤੁਸੀਂ ਆਈਫੋਨ ਯੂਜ਼ ਕਰ ਰਹੇ ਹੋ ਜਾਂ ਐਪਲ ਦਾ ਹੋਰ ਕੋਈ ਗੈਜਟ ਯੂਜ਼ ਕਰ ਰਹੇ ਹੋ, ਉਹਦੇ ਲਈ ਉੱਥੇ ਤੁਹਾਨੂੰ ਜੋ ਐਪ ਡਾਊਨਲੋਡ ਕਰਨੀ ਪੈਣੀ ਆ ਉਹ ਹੈ ਕਲਾਸ ਪਲੱਸ। ਮੈਂ ਲਿਖ ਦਿੰਦਾ ਇੱਥੇ, ਸ਼ਾਇਦ ਤੁਸੀਂ ਪਹਿਲਾਂ ਵਾਲੀਆਂ ਕਲਾਸਿਸ ਅਟੈਂਡ ਨਹੀਂ ਕੀਤੀਆਂ। ਇਹ ਜੋ ਐਪ ਆ ਕਲਾਸ ਪਲੱਸ, ਇਹ ਹੈਗੀ ਆ ਆਈਫੋਨ ਯੂਜ਼ਰਸ ਦੇ ਲਈ, ਤੇ ਮਲੂਕਾ IAS ਇਹ ਐਂਡਰੋਇਡ ਯੂਜ਼ਰਸ ਦੇ ਲਈ ਆ, ਠੀਕ ਹੈ। ਇਹਨਾਂ ਚੋਂ ਕਿਸੇ ਵੀ ਐਪ ਤੇ ਜਾ ਕੇ ਤੁਸੀਂ ਲੌਗਇਨ ਕਰੋਗੇ, ਉੱਥੇ ਤੁਹਾਨੂੰ ODG ਕੋਡ ਮੰਗਣਗੇ, ਉੱਥੇ ਤੁਸੀਂ ਮਲੂਕਾ ਭਰ ਦੇਣਾ। ਮਲੂਕਾ ਭਰ ਕੇ ਤੁਸੀਂ ਮਲੂਕਾ IAS ਦੇ ਪੇਜ ਤੇ ਚਲੇ ਜਾਓਗੇ, ਕਲਾਸਿਸ ਵਾਲੇ ਪੇਜ ਦੇ ਵਿੱਚ, ਤੇ ਉੱਥੇ ਤੁਹਾਨੂੰ ਇੱਕ ਨੀਚੇ ਕਾਲਮ ਬਣਿਆ ਹੋਣਾ ਬੈਚਸ ਦਾ। ਤੁਸੀਂ ਬੈਚਸ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਤੋਂ ਫਿਰ ਇੱਕ ਰੈਫਰਲ ਕੋਡ ਮੰਗਿਆ ਜਾਣਾ, ਉੱਥੇ ਤੁਸੀਂ ਭਰ ਦਿਓ ਪੰਜਾਬ PCS 11001। ਇਹ ਕੋਡ ਭਰੋਗੇ ਤਾਂ ਤੁਹਾਨੂੰ ਸਾਰੀਆਂ ਜੋ PDFs ਨੇ, ਜੋ PPTs ਨੇ, ਪਲੱਸ ਇਹਦੇ ਨਾਲ ਰਿਲੇਟਡ ਜੋ ਹੋਰ ਵੀ ਸਟੱਡੀ ਮਟੀਰੀਅਲ ਆ, ਉਹ ਤੁਹਾਨੂੰ ਸਾਰਾ ਮਿਲ ਜਾਣਾ ਉੱਥੇ, ਠੀਕ ਹੈ ਜੀ। ਤੇ ਹੁਣ ਆਪਾਂ ਸਾਡਾ ਜੋ ਨੈਕਸਟ ਟੌਪਿਕ ਆ ਉਹਦੇ ਬਾਰੇ ਗੱਲ ਕਰਦੇ ਹਾਂ। ਨੈਕਸਟ ਟੌਪਿਕ ਇਜ਼ ਮਾਰਗ ਪੋਰਟਲ। ਇਹ ਰੀਸੈਂਟਲੀ ਨਵਾਂ ਇੱਕ ਪੋਰਟਲ ਹੈ ਜੋ
ਡਿਪਾਰਟਮੈਂਟ DPIIT ਨੇ ਲਾਂਚ ਕੀਤਾ ਹੈ। ਇਹ ਕਿਉਂ ਲਾਂਚ ਕੀਤਾ, ਇਹਦਾ ਕੀ ਰੈਲੇਵੈਂਸ ਹੈ, ਉਹ ਆਪਾਂ ਪੜਾਂਗੇ ਇਹਦੇ ਬਾਰੇ। ਤੇ ਬਿਫੋਰ ਦੈਟ ਆ ਇਹਨਾਂ ਦਾ ਜੋ ਸ਼ਾਇਦ ਆ ਦਿਖ ਰਿਹਾ ਹੋਣਾ ਤੁਹਾਨੂੰ ਹੁਣ, ਮਾਰਗ ਪੋਰਟਲ, ਠੀਕ ਹੈ ਜੀ। ਇਹ ਕਾਹਦੇ ਲਈ ਆ, ਕਿਉਂ ਕੀਤਾ, ਉਹ ਕਰਾਂਗੇ। ਉਸ ਤੋਂ ਪਹਿਲਾਂ ਇੱਕ ਕੁਐਸਚਨ ਹੈ। ਇਹ ਕੁਐਸਚਨ PCS 2018 ਦੇ ਵਿੱਚ ਪੁੱਛਿਆ ਗਿਆ ਸੀ। ਤੇ ਕੁਐਸਚਨ ਤੁਹਾਨੂੰ ਜੋ ਇੱਥੇ ਤੁਹਾਨੂੰ ਪ੍ਰੋਵਾਈਡ ਕਰ ਰਹੇ ਆ, ਉਹਦਾ ਮਤਲਬ ਕੀ ਹੈ ਵੀ ਇੱਕ ਤਾਂ ਤੁਹਾਨੂੰ ਇਹ ਦੱਸਣਾ ਵੀ ਇਦਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ, ਕਿਉਂਕਿ ਕਈ ਵਾਰੀ ਬੱਚਿਆਂ ਨੂੰ ਲੱਗਦਾ ਨਾ ਵੀ ਜੋ ਅਸੀਂ ਇੱਥੇ ਪੜ੍ਹ ਰਹੇ ਹਾਂ ਸ਼ਾਇਦ ਸਾਡੇ ਪੇਪਰ ਲਈ ਰੈਲੇਵੈਂਟ ਹੀ ਨਹੀਂ ਹੈ। ਕਈ ਵਾਰੀ ਬੱਚਿਆਂ ਨੂੰ ਲੱਗਦਾ ਵੀ ਜੋ ਪਤਾ ਨਹੀਂ ਕੁਝ ਹੋਰ ਹੀ ਨਾ ਪੜ੍ਹਾਈ ਜਾਂਦੇ ਹੋਣ। ਸੋ ਜੋ ਵੀ ਟੌਪਿਕ ਅਸੀਂ ਇੱਥੇ ਕਵਰ ਕਰ ਰਹੇ ਹਾਂ ਉਹਦੇ ਰਿਲੇਟਡ ਜੋ ਵੀ ਪ੍ਰੀਵੀਅਸ ਈਅਰਸ ਦੇ ਵਿੱਚ ਕੁਐਸਚਨ ਪੁੱਛੇ ਗਏ ਨੇ PCS ਜਾਂ UPSC ਦੇ ਦੁਆਰਾ, ਉਹ ਕੁਐਸਚਨ ਵੀ ਨਾਲ ਰੱਖੇ ਜਾਂਦੇ ਨੇ ਤਾਂ ਕਿ ਤੁਹਾਨੂੰ ਜੋ ਇੱਕ ਸਾਡੀਆਂ ਕਲਾਸਿਸ ਨੇ ਇਹਨਾਂ ਦੇ ਵਿੱਚ ਕੌਨਫੀਡੈਂਸ ਤੁਹਾਡਾ ਬਣਿਆ ਰਹੇ, ਠੀਕ ਹੈ ਜੀ। ਆ 2018 ਦੇ ਵਿੱਚ PCS ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ, ਵਿਚ ਆਫ ਦਾ ਫੋਲੋਇੰਗ ਪੇਅਰ ਆਫ ਪੋਰਟਲਸ ਇਜ਼ ਆਰ ਕਰੈਕਟਲੀ ਮੈਚਡ। ਤੁਸੀਂ ਦੱਸਣਾ ਇਹ, ਫਸਟ ਇਜ਼ ਸੰਬੰਧ MSME, second is Prakash portal coal industry, then GEM portal public procurement of goods, then ENAM for agriculture। ਇਹਨਾਂ ਦੇ ਵਿੱਚੋਂ ਨਾ ਕੁਐਸਚਨ ਥੋੜਾ ਜਿਹਾ ਸ਼ਾਇਦ ਗਲਤ ਹੋ ਗਿਆ, ਆਪਾਂ ਇਹ ਦੱਸਣਾ ਕਰੈਕਟ ਇਨਕਰੈਕਟ ਕਿਹੜਾ ਹੈਗਾ, ਇਨਕਰੈਕਟ ਪੇਅਰ ਦੱਸਣਾ ਆਪਾਂ, ਠੀਕ ਹੈ ਜੀ। ਇੱਥੇ ਕਰੈਕਟ ਨਹੀਂ ਹੈ, ਇਨਕਰੈਕਟ। ਇਹਨਾਂ ਚਾਰਾਂ ਦੇ ਵਿੱਚੋਂ ਇੱਕ ਪੇਅਰ ਇਨਕਰੈਕਟ ਹੈ, ਉਹ ਦੱਸਣਾ ਆਪਾਂ ਕਿਹੜਾ ਹੈ, ਠੀਕ ਹੈ ਜੀ। ਤੇ ਹੁਣ ਆਪਾਂ ਜੋ ਆਪਣਾ ਜੋ ਨਵਾਂ ਪੋਰਟਲ ਲਾਂਚ ਕੀਤਾ ਗਵਰਨਮੈਂਟ ਨੇ, ਮਾਰਗ ਪੋਰਟਲ। ਮਾਰਗ ਪੋਰਟਲ ਦੀ ਨਾ ਇੱਕ ਫੁੱਲ ਫਾਰਮ ਆ, ਇਹ ਵੀ ਤੁਹਾਨੂੰ ਧਿਆਨ 'ਚ ਰੱਖਣੀ ਪੈਣੀ ਹੈ, ਕਈ ਵਾਰੀ ਫੁੱਲ ਫਾਰਮ ਹੀ ਪੁੱਛ ਲੈਂਦੇ ਨੇ। ਮਾਰਗ ਪੋਰਟਲ ਦੀ ਫੁੱਲ ਫਾਰਮ ਹੈ ਮੈਂਟਰਸ਼ਿਪ, ਐਡਵਾਈਜ਼ਰੀ, ਅਸਿਸਟੈਂਸ, ਰੈਜ਼ੀਲੀਅੰਸ ਐਂਡ ਗਰੋਥ ਪੋਰਟਲ, ਠੀਕ ਹੈ ਜੀ। ਇਹ ਇਹਦਾ ਪੋਰਟਲ ਦਾ ਨਾਂ ਹੈ ਤੇ ਲਾਂਚ ਕਿਹਨੇ ਕੀਤਾ, DPIIT ਨੇ, ਡਿਪਾਰਟਮੈਂਟ ਫॉर ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ, ਜੋ ਮਿਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ ਦੇ ਅੰਡਰ ਆਉਂਦਾ। ਕਈ ਵਾਰੀ ਇਹ ਵੀ ਪੁੱਛ ਹੀ ਲੈਂਦੇ ਨੇ ਵੀ ਇਹ ਡਿਪਾਰਟਮੈਂਟ ਕਿਹੜੀ ਮਿਨਿਸਟਰੀ ਦੇ ਅੰਡਰ ਆ। ਸੋ ਧਿਆਨ ਰੱਖਿਓ ਜੋ DPIIT ਹੈ ਇਜ਼ ਅੰਡਰ ਮਿਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ, ਓਕੇ ਜੀ। ਤੇ ਹੁਣ ਆਪਾਂ ਇਹ ਪੋਰਟਲ ਕਿਉਂ ਲਾਂਚ ਕੀਤਾ, ਇਹ ਪੋਰਟਲ ਜੋ ਲਾਂਚ ਕੀਤਾ ਹੈ ਬੇਸਿਕਲੀ ਮੈਂਟਰਸ਼ਿਪ ਪ੍ਰੋਵਾਈਡ ਕਰਨ ਦੇ ਲਈ, ਟੂ ਪ੍ਰੋਵਾਈਡ ਮੈਂਟਰਸ਼ਿਪ ਟੂ ਸਟਾਰਟਅਪਸ। ਜੋ ਨਵੇਂ ਸਟਾਰਟਅਪਸ ਲਾਂਚ ਹੋ ਰਹੇ ਨੇ ਉਹਨਾਂ ਨੂੰ ਇੱਕ ਮੈਂਟਰਸ਼ਿਪ ਪ੍ਰੋਵਾਈਡ ਕਰਨ ਦੇ ਲਈ, ਉਹਨਾਂ ਨੂੰ ਗਾਈਡੈਂਸ, ਉਹਨਾਂ ਨੂੰ ਜੋ ਵੀ ਉਹਨਾਂ ਦੀਆਂ ਰਿਕੁਆਇਰਡ ਇਸ਼ੂਜ਼ ਨੇ ਉਹਨਾਂ ਦੇ ਨਾਲ ਡੀਲ ਕਰਨ ਦੇ ਲਈ ਇਹ ਪ੍ਰੋਵਾਈਡ ਕੀਤਾ ਗਿਆ, ਓਕੇ ਜੀ। ਮਤਲਬ ਮਾਰਗ ਪੋਰਟਲ ਇਜ਼ ਰਿਲੇਟਡ ਟੂ ਸਟਾਰਟਅਪਸ, ਸਟਾਰਟਅਪ ਮੈਂਟਰਸ਼ਿਪ ਪਲੇਟਫਾਰਮ। ਸਟਾਰਟਅਪ ਇੰਡੀਆ ਜੋ ਇੱਕ ਗਵਰਨਮੈਂਟ ਆਫ ਇੰਡੀਆ ਦਾ ਇੱਕ ਇਨੀਸ਼ੀਏਟਿਵ ਹੈ, 2015 ਤੋਂ ਚੱਲ ਰਿਹਾ, ਉਹ DPIIT ਦੇ ਅੰਡਰ ਹੀ ਆਉਂਦਾ। ਸਟਾਰਟਅਪ ਇੰਡੀਆ ਨੇ ਇਹ ਪਲੇਟਫਾਰਮ ਨੂੰ ਬਣਾਇਆ, ਫਾਰਮ ਕੀਤਾ ਤੇ ਲਾਂਚ ਕੀਤਾ DPIIT ਨੇ, ਠੀਕ ਹੈ ਜੀ। ਇਹ ਸਾਰੇ ਜੋ ਵੀ ਨਵੇਂ ਸਟਾਰਟਅਪਸ ਨੇ ਉਹਨਾਂ ਨੂੰ ਇੱਕ ਵਨ ਸਟਾਪ ਸੋਲਿਊਸ਼ਨ ਪ੍ਰੋਵਾਈਡ ਕਰੂ। ਮਤਲਬ ਜੋ ਵੀ ਉਹਨਾਂ ਦੇ ਇਸ਼ੂਜ਼ ਨੇ ਉਹ ਚਾਹੇ ਕਿਸੇ ਵੀ ਪਰਪਸ ਲਈ ਹੋਣ, ਚਾਹੇ ਉਹ ਕੋਈ ਕਿਸੇ ਵੀ ਜਿਓਗ੍ਰਾਫੀਕਲ ਏਰੀਆ ਦੇ ਹੋਣ, ਚਾਹੇ ਕਿਸੇ ਵੀ ਸੈਕਟਰ ਦੇ ਨੂੰ ਕਿਸੇ ਵੀ ਸੈਕਟਰ ਨੂੰ ਬਿਲੋਂਗ ਕਰਦੇ ਹੋਣ ਉਹ ਸਟਾਰਟਅਪਸ, ਜਾਂ ਉਹਨਾਂ ਦਾ ਫੰਕਸ਼ਨ ਕੋਈ ਵੀ ਹੋਵੇ। ਮਤਲਬ ਇਹ ਨਹੀਂ ਹੈ ਕਿ ਅਲੱਗ-ਅਲੱਗ ਸਟਾਰਟਅਪਸ ਦੇ ਲਈ ਅਲੱਗ-ਅਲੱਗ ਪੋਰਟਲ ਹੋਣਗੇ, ਸਾਰਿਆਂ ਦੇ ਲਈ ਇੱਕੋ ਪਲੇਟਫਾਰਮ ਆ, ਉਹਨਾਂ ਨੂੰ ਇੱਕੋ ਥਾਂ ਤੇ ਉਹਨਾਂ ਦੀਆਂ ਸਾਰੀਆਂ ਪ੍ਰੋਬਲਮਸ ਦੇ ਸੋਲਿਊਸ਼ਨ ਪ੍ਰੋਵਾਈਡ ਕੀਤੇ ਜਾਣਗੇ। ਸੋਲਿਊਸ਼ਨ ਕੀ ਹੋਣਗੇ, ਮਤਲਬ ਜੇ ਕਿਸੇ ਨੂੰ ਕਿਸੇ ਅਕੈਡਮਿਕਸ ਦੇ ਨਾਲ ਕੰਟੈਕਟ ਕਰਨ ਦੀ ਲੋੜ ਹੈ ਨਾ, ਅਕੈਡਮਿਸ਼ੀਅਨਸ ਦੇ ਨਾਲ ਕਨੈਕਟ ਕਰਨ ਦੀ ਲੋੜ ਆ ਕਿਸੇ ਗਾਈਡੈਂਸ ਦੇ ਲਈ, ਉਹ ਵੀ ਕਰ ਸਕਦੇ ਨੇ। ਜੇ ਕਿਸੇ ਨੂੰ ਇਨਵੈਸਟਰਸ ਦੇ ਨਾਲ ਕਨੈਕਟ ਕਰਨ ਦੀ ਲੋੜ ਆ ਆਪਣੇ ਸਟਾਰਟਅਪ ਨੂੰ, ਸਟਾਰਟਅਪ ਦੀ ਫੰਡਿੰਗ ਦੇ ਲਈ, ਉਹ ਇਨਵੈਸਟਰਸ ਦੇ ਨਾਲ ਵੀ ਕਨੈਕਟ ਕਰ ਸਕਦੇ ਨੇ। ਜੇ ਕਿਸੇ ਨੂੰ ਇੰਡਸਟਰੀਅਲ ਜੋ ਕੁਝ ਬੋਡੀਜ਼ ਨੇ ਉਹਨਾਂ ਤੋਂ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਆ, ਉਹਦੇ ਲਈ ਵੀ ਇੱਥੇ ਕਨੈਕਟ ਕਰ ਸਕਦੇ ਨੇ ਉਹਨਾਂ ਦੇ ਨਾਲ, ਠੀਕ ਹੈ ਜੀ। ਇਹ ਤਾਂ ਮੇਨ ਪਰਪਸ ਆ। ਤੇ ਹੁਣ ਆਪਣਾ ਜੋ ਕੁਐਸਚਨ ਸੀਗਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਇਹਨਾਂ ਚੋਂ ਇਨਕਰੈਕਟ ਕਿਹੜਾ ਗਾ, ਸੰਬੰਧ ਪੋਰਟਲ। ਤੁਸੀਂ ਆਨਸਰ ਕੀਤਾ ਕਿਸੇ ਨੇ ਕਿ ਨਹੀਂ? ਨਹੀਂ, ਇਹਦਾ ਆਨਸਰ ਕਿਸੇ ਨੇ ਨਹੀਂ ਕੀਤਾ, ਚਲੋ ਕੋਈ ਨਹੀਂ। ਸੰਬੰਧ ਪੋਰਟਲ MSME ਵਾਸਤੇ ਹੀ ਹੈ, ਠੀਕ ਹੈ ਜੀ। ਤੇ ਜੋ ਆਪਣਾ GEM ਹੈ, ਗਵਰਨਮੈਂਟ ਈ ਮਾਰਕੀਟ ਪਲੇਸ, ਧਿਆਨ ਰੱਖਿਓ GEM ਦਾ ਨਾਮ ਹੈ ਗਵਰਨਮੈਂਟ ਈ ਮਾਰਕੀਟ ਪਲੇਸ। ਇਹ ਜੋ ਪੋਰਟਲ ਹੈ
ਇਹ ਹੈਗਾ ਪਬਲਿਕ ਪ੍ਰੋਕਿਉਰਮੈਂਟ ਆਫ ਗੁੱਡਸ। ਉਹ ਚਾਹੇ ਸਟੇਟ ਗਵਰਨਮੈਂਟ ਨੇ ਕਰਨਾ, ਉਹ ਚਾਹੇ ਕਿਸੇ ਕਹ ਲਓ ਵੀ ਸੈਂਟਰਲ ਗਵਰਨਮੈਂਟ ਨੇ ਕਰਨਾ, ਉਹ ਸਾਰੇ ਇਸ ਪੋਰਟਲ ਦੇ ਉੱਪਰ ਜਾ ਕੇ ਪ੍ਰੋਕਿਉਰਮੈਂਟ ਕਰ ਸਕਦੇ ਨੇ, ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਜ਼ਰੂਰਤ ਹੋਵੇ ਉਹਦੇ ਲਈ। ਤੇ ਫਿਰ ਆਪਣਾ ਈ-ਨੈਮ ਪੋਰਟਲ ਹੈ, ਜੋ ਤੁਹਾਨੂੰ ਪਤਾ ਨੈਸ਼ਨਲ ਐਗਰੀਕਲਚਰ ਮਾਰਕੀਟ ਹੈ, ਇਹ ਐਗਰੀਕਲਚਰ ਦੇ ਲਈ ਹੈ। ਤੇ ਪ੍ਰਕਾਸ਼ ਪੋਰਟਲ ਵੀ ਕੋਲ ਇੰਡਸਟਰੀ ਦੇ ਲਈ ਹੀ ਹੈ। ਤਾਂ ਇਹਦੇ ਨਾਲ ਨਾ ਨੀਚੇ ਆਪਸ਼ਨ ਸੀ, ਇਹ ਸਾਰੀਆਂ ਕਰੈਕਟ ਨੇ। ਕੁਐਸਚਨ ਠੀਕ ਸੀ, ਮੈਂ ਨਾ ਨੀਚੇ ਆਪਸ਼ਨ ਸ਼ਾਇਦ ਨਹੀਂ ਐਡ ਕੀਤੀਆਂ। ਆਲ ਆਰ ਕਰੈਕਟ, ਇਹਦਾ ਆਨਸਰ ਆਊਗਾ ਆਲ ਆਪਸ਼ਨਸ ਆਰ ਕਰੈਕਟ। ਚਾਰੋਂ ਪੋਰਟਲ ਕਰੈਕਟਲੀ ਮੈਚਡ ਨੇ, ਠੀਕ ਹੈ ਜੀ। ਤੇ ਨੈਕਸਟ ਸਾਡਾ ਜੋ ਟੌਪਿਕ ਹੈ ਉਹ ਹੈ ਕਲਾਈਮੇਟ ਚੇਂਜ ਐਂਡ ਪਰਫਾਰਮੈਂਸ ਇੰਡੈਕਸ। ਹਾਂਜੀ, ਹੈਲੋ ਜੀ। ਤੇ ਹੁਣ ਜੋ ਆਪਾਂ ਪਹਿਲਾਂ ਮੈਂ ਸਟਾਰਟਿੰਗ ਦੇ ਵਿੱਚ ਇੱਕ ਤੁਹਾਨੂੰ ਪੁੱਛਿਆ ਸੀ ਵੀ 26 ਨਵੰਬਰ ਦੀ ਸਾਡੇ ਲਈ ਕੀ ਇੰਪੋਰਟੈਂਸ ਹੈ, ਕੀ ਰੈਲੇਵੈਂਸ ਆ। ਚਲੋ ਕੁਝ ਬੱਚੇ ਹੋਰ ਐਡ ਹੋਏ ਨੇ, ਉਹਨਾਂ ਨੂੰ ਵੀ ਆਨਸਰ ਕਰ ਲੈਣ ਦਿਓ। that by 26 November is important, by 26 November the date 26 November is relevant for India। ਇਹਦੇ ਬਾਰੇ ਦੱਸੋ, ਆਨਸਰ ਕਰੋ। ਇੱਕ ਦੋ ਬੱਚਿਆਂ ਨੇ ਤਾਂ ਕੀਤਾ, ਬਾਕੀ ਵੀ ਕਰੋ। ਤੇ ਹੁਣ ਸਾਡਾ ਨੈਕਸਟ ਜੋ ਥਰਡ ਟੌਪਿਕ ਹੈ ਅੱਜ ਦੀ ਡਿਸਕਸ਼ਨ ਦਾ, ਦੈਟ ਇਜ਼ ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ 2023। ਇਹ ਇੱਕ ਸਾਲ ਪਹਿਲਾਂ, ਜਿਵੇਂ ਡੇਟ ਦੀ 23 ਹੈ, ਬਟ ਇਹ ਅਨਾਊਂਸ 2022 ਰੀਸੈਂਟਲੀ 2-3 ਦਿਨ ਪਹਿਲਾਂ ਅਨਾਊਂਸ ਕੀਤਾ ਗਿਆ। ਤੇ ਇਹਦੇ ਬਾਰੇ ਜਾਣਨ ਤੋਂ ਪਹਿਲਾਂ ਜੋ ਸਾਡਾ ਕੁਐਸਚਨ ਹੈ, UPSC ਦੇ ਵਿੱਚ ਇਹ 2016 ਕੇ 17 ਚ ਪੁੱਛਿਆ ਗਿਆ ਸੀ, ਕਰਪਸ਼ਨ ਪਰਸੈਪਸ਼ਨ ਇੰਡੈਕਸ ਇਜ਼ ਪਬਲਿਸ਼ਡ ਬਾਏ, ਇਹਨਾਂ ਚੋਂ ਕਿਹੜੀ ਬਾਡੀ ਹੈ ਜੋ ਕਰਪਸ਼ਨ ਪਰਸੈਪਸ਼ਨ ਇੰਡੈਕਸ ਨੂੰ ਪਬਲਿਸ਼ ਕਰਦੀ ਹੈ। ਫਸਟ ਆਪਸ਼ਨ ਤੁਹਾਨੂੰ ਹੈ ਆਕਸਫੈਮ ਇੰਟਰਨੈਸ਼ਨਲ, ਸੈਕੰਡ ਇਜ਼ ਐਮਨੈਸਟੀ ਇੰਟਰਨੈਸ਼ਨਲ, ਥਰਡ ਇਜ਼ ਟਰਾਂਸਪੇਰੈਂਸੀ ਇੰਟਰਨੈਸ਼ਨਲ ਐਂਡ ਫੋਰਥ ਇਜ਼ ਯੂਨਾਈਟਿਡ ਨੇਸ਼ਨ ਇਕਨੋਮਿਕ ਐਂਡ ਸੋਸ਼ਲ ਕਾਉਂਸਲ। ਇਹਦਾ ਆਨਸਰ ਕਰੋ, ਕਿਹੜੀ ਬਾਡੀ ਇਹ ਇੰਡੈਕਸ ਨੂੰ ਪਬਲਿਸ਼ ਕਰਦੀ ਹੈ, ਠੀਕ ਹੈ ਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਆਪਣਾ ਜੋ ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ ਆ। ਇਹ ਸਾਡੇ ਲਈ ਬਹੁਤ ਇੰਪੋਰਟੈਂਟ ਆ, ਕਿਉਂਕਿ ਜੋ ਇਹਦੀ ਰੀਸੈਂਟ ਇੰਡੈਕਸ ਲਾਂਚ ਹੋਇਆ, ਇੰਡੀਆ ਇਜ਼ ਅਮੰਗ ਦਾ ਟੌਪ 5 ਨੇਸ਼ਨਸ ਜੋ ਕਲਾਈਮੇਟ ਚੇਂਜ ਨੂੰ ਲੈ ਕੇ ਵਧੀਆ ਪਰਫਾਰਮ ਕਰ ਰਹੇ ਨੇ। ਮਤਲਬ ਕਲਾਈਮੇਟ ਚੇਂਜ ਨੂੰ ਉਹਦੇ ਅਗੇਂਸਟ ਨੂੰ ਮਿਟੀਗੇਟ ਕਰਨ ਦੇ ਲਈ ਜੋ ਇਹਨਾਂ ਨੇ ਸਟੈਪਸ ਚਾਹੀਦੇ ਨੇ ਉਹ ਲੈ ਰਹੇ ਨੇ। ਉਹਨਾਂ ਦੇ ਅਕੋਰਡਿੰਗ ਆਪਾਂ ਜੋ ਨੇਸ਼ਨਸ ਨੇ ਉਹਨਾਂ ਨੂੰ ਰੈਂਕ ਕਰਦੇ ਹਾਂ ਇਸ ਇੰਡੈਕਸ ਦੇ ਅੰਡਰ, ਤੇ ਇੰਡੀਆ ਇਜ਼ ਅਮੰਗ ਦਾ ਟੌਪ 5 ਕੰਟਰੀਜ਼, ਠੀਕ ਹੈ ਜੀ। ਤੇ ਇੱਕ ਹੋਰ ਜੋ ਸਾਡੇ ਲਈ ਪ੍ਰਾਊਡ ਵਾਲੀ ਗੱਲ ਹੈ ਉਹ ਇਹ ਹੈ ਕਿ G20 ਨੇਸ਼ਨਸ ਨੇ ਜਿੰਨੇ ਵੀ, ਉਹਨਾਂ ਦੇ ਵਿੱਚੋਂ ਓਨਲੀ ਇੰਡੀਆ ਹੈ ਜੋ ਪਹਿਲੇ 5 ਦੇ ਵਿੱਚ ਹੈ। ਮਤਲਬ G20 ਨੇਸ਼ਨਸ ਦੇ ਵਿੱਚੋਂ ਇੰਡੀਆ ਟੌਪ ਤੇ ਆ ਜੇ ਆਪਾਂ ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ ਦੀ ਗੱਲ ਕਰੀਏ। India has been ranked amongst the top 5 countries in the world and the best among G20 countries in CCPI 2023। Although top 5 ਦੇ ਵਿੱਚ ਆ, ਬਟ ਇੰਡੀਆ ਦਾ ਰੈਂਕ ਹੈ 8th ਕਿਉਂ ਆ? ਕਿਉਂਕਿ ਪਹਿਲੀਆਂ ਜੋ 3 ਪੋਜੀਸ਼ਨਸ ਨੇ ਨਾ, ਪਹਿਲੇ 3 ਰੈਂਕ ਨੇ, ਉਹ ਕਿਸੇ ਕੰਟਰੀ ਨੂੰ ਅਲਾਟ ਨਹੀਂ ਕੀਤੇ ਗਏ। ਮਤਲਬ ਜੋ ਇਹਨਾਂ ਦਾ ਰਿਕੁਆਇਰਡ ਕ੍ਰਾਈਟੇਰੀਆ ਸੀ, ਜੋ ਇਹਨਾਂ ਦਾ ਰਿਕੁਆਇਰਡ ਸਕੋਰ ਹੈ CCPI ਦੇ ਅੰਡਰ, ਉਹ ਕਿਸੇ ਜੋ ਟੌਪ 3 ਦੇ ਵਿੱਚ ਆਉਣ ਲਈ ਕਿਸੇ ਕੰਟਰੀ ਨੇ ਅਚੀਵ ਨਹੀਂ ਕੀਤਾ। That's why first 3 ranks are lying vacant। ਤੇ ਜੋ ਇਸ ਸਾਲ ਦੀ ਰੈਂਕਿੰਗ ਆ ਉਹ 4th ਰੈਂਕ ਤੋਂ ਸਟਾਰਟ ਹੋਈ ਆ। 4th is Denmark and 5th ਤੇ ਸਾਡਾ ਹੈਗਾ ਸਵੀਡਨ, then Chile and then Morocco 7th and 8th is India, ਠੀਕ ਹੈ ਜੀ। ਤੇ ਫਿਰ ਆਪਾਂ ਇੰਡੈਕਸ ਬਾਰੇ ਥੋੜਾ, ਇਹ ਤਾਂ ਹੋ ਗਿਆ ਕਰੰਟ ਦਾ। ਠੀਕ ਹੈ ਜੀ, ਜੋ ਆਪਾਂ ਰੈਂਕਿੰਗ ਦੀ ਗੱਲ ਕਰ ਲਈ। ਤੇ ਹੁਣ ਆਪਾਂ ਗੱਲ ਕਰੀਏ ਇੰਡੈਕਸ ਬਾਰੇ, ਥੋੜਾ ਜਿਹਾ ਆਪਾਂ ਜਾਣੀਏ, ਕਿਉਂਕਿ ਇੰਡੈਕਸ ਬਾਰੇ ਪੁੱਛਿਆ ਜਾਂਦਾ, ਇੰਡੈਕਸ ਬਾਰੇ ਨਾ ਵੀ ਕਿਹੜੀ ਬਾਡੀ ਹੈ ਜਾਂ ਵਿਚ ਇੰਸਟੀਟਿਊਸ਼ਨ ਇਜ਼ ਪਬਲਿਸ਼ਿੰਗ ਦਾ ਇੰਡੈਕਸ। ਤੇ ਜੋ ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ ਹੈ, ਇਟ ਹੈਜ਼ ਬੀਨ ਪਬਲਿਸ਼ਡ ਸਿੰਸ 2005 ਐਂਡ ਦੇयर ਆਰ 3 ਬਾਡੀਜ਼ ਜੋ ਯੂਨਾਈਟਿਡਲੀ ਇਹਨੂੰ ਇਕੱਠੀਆਂ ਹੋ ਕੇ ਇਹਨੂੰ ਪਬਲਿਸ਼ ਕਰਦੀਆਂ ਨੇ। ਕਿਹੜੀਆਂ ਨੇ? ਜਰਮਨ ਵਾਚ, ਨਿਊ ਕਲਾਈਮੇਟ ਇੰਸਟੀਚਿਊਟ ਐਂਡ ਕਲਾਈਮੇਟ ਐਕਸ਼ਨ ਨੈਟਵਰਕ। ਜਰਮਨ ਵਾਚ, ਨਿਊ ਕਲਾਈਮੇਟ ਇੰਸਟੀਚਿਊਟ ਐਂਡ ਕਲਾਈਮੇਟ ਐਕਸ਼ਨ ਨੈਟਵਰਕ, ਇਹ ਤਿੰਨੋਂ ਬਾਡੀਜ਼ ਨੇ ਜੋ ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ ਨੂੰ ਪਬਲਿਸ਼ ਕਰਦੀਆਂ ਨੇ। ਸਾਡੇ ਲਈ ਇੰਪੋਰਟੈਂਟ ਹੈ ਕਿਉਂਕਿ ਅਸੀਂ ਟੌਪ 5 ਦੇ ਵਿੱਚ ਹਾਂ, ਤਾਂ ਸਾਨੂੰ ਇਹਦੀਆਂ ਮਾਈਨਿਊਟ ਡਿਟੇਲਸ ਵੀ ਸਾਨੂੰ ਕਵਰ ਕਰਨੀਆਂ ਪੈਣੀਆਂ। ਤੇ ਇਹ ਜੋ ਇੰਡੈਕਸ ਆ ਇਹ ਟੋਟਲ 59 ਕੰਟਰੀਜ਼ ਪਲੱਸ ਯੂਰੋਪੀਅਨ ਯੂਨੀਅਨ, ਮਤਲਬ 60 ਮੈਂਬਰਸ ਨੇ ਜਿਨ੍ਹਾਂ ਨੂੰ ਕਹਿ ਲਓ ਵੀ ਰੈਂਕਿੰਗ ਪ੍ਰੋਵਾਈਡ ਕਰਦਾ ਹੈ। 59 ਕੰਟਰੀਜ਼ ਐਂਡ 60th ਇਜ਼ ਯੂਰੋਪੀਅਨ ਯੂਨੀਅਨ।
ठीक है जी। तो इन्हां 60 ਦੇ ਵਿੱਚੋਂ ਇੰਡੀਆ ਹੁਣ 5ਵੇਂ ਰੈਂਕ ਤੇ ਆ ਤੇ ਇਹਦੀਆਂ ਜੋ ਕੈਟਾਗਰੀਜ਼ ਨੇ ਜਿਨ੍ਹਾਂ ਦੇ ਬੇਸਿਸ ਤੇ ਰੈਂਕਿੰਗ ਪ੍ਰੋਵਾਈਡ ਕੀਤੀ ਜਾਂਦੀ ਆ, ਦੋਜ਼ ਆਰ ਗ੍ਰੀਨ ਹਾਊਸ ਗੈਸਿਸ ਜੋ ਇਮਿਸ਼ਨ ਹੋ ਰਹੇ ਨੇ, ਦੈਨ ਰੀਨਿਊਏਬਲ ਸੋਰਸਿਸ ਆਫ ਐਨਰਜੀ ਜੋ ਆਪਾਂ ਯੂਜ਼ ਕਰ ਰਹੇ ਹਾਂ ਰੀਨਿਊਏਬਲ ਐਨਰਜੀ, ਦੈਨ ਐਨਰਜੀ ਯੂਜ਼ ਕਿੰਨਾ ਯੂਜ਼ ਹੋ ਰਿਹਾ, ਦੈਨ ਸਾਡੀਆਂ ਕਲਾਈਮੇਟ ਪੋਲਿਸੀਜ਼। ਤੇ ਜੇ ਆਪਾਂ ਇਹਨਾਂ ਚਾਰਾਂ ਦੀ ਵੇਟੇਜ ਦੀ ਗੱਲ ਕਰੀਏ, ਵੈਸੇ ਇੰਪੋਰਟੈਂਟ ਨਹੀਂ ਹੈ ਬਹੁਤ ਜ਼ਿਆਦਾ, ਸਭ ਤੋਂ ਜ਼ਿਆਦਾ ਵੇਟੇਜ ਹੈ ਜੋ ਉਹ GHG ਇਮਿਸ਼ਨਸ ਨੂੰ ਦਿੱਤੀ ਗਈ ਆ। ਮਤਲਬ ਕਿ 40% ਜੋ ਇਹਦਾ ਸਕੋਰ ਆ ਉਹ GHG ਇਮਿਸ਼ਨਸ ਤੇ ਬੇਸਡ ਹੁੰਦਾ, ਬਾਕੀ ਸਾਰਿਆਂ ਨੂੰ 20% ਆ। 100 ਦੇ ਵਿੱਚੋਂ 40% ਨੇ ਜੋ GHG ਇਮਿਸ਼ਨ ਦੇ ਨੇ। ਸਭ ਤੋਂ ਜ਼ਿਆਦਾ ਹਾਈਐਸਟ ਵੇਟੇਜ ਜੇ ਦਿੱਤਾ that is given to GHG emissions, okay। ਤੇ ਹੁਣ ਆਪਾਂ ਜੋ ਸਾਡਾ ਕੁਐਸਚਨ ਸੀ ਇਹਦੇ ਨਾਲ ਰਿਲੇਟਡ ਉਹਦੀ ਗੱਲ ਕਰਦੇ ਹਾਂ। ਕਰਪਸ਼ਨ ਪਰਸੈਪਸ਼ਨ ਇੰਡੈਕਸ, ਕਰਪਸ਼ਨ ਪਰਸੈਪਸ਼ਨ ਇੰਡੈਕਸ ਦਾ ਕਿਸੇ ਨੇ ਆਨਸਰ ਨਹੀਂ ਕੀਤਾ। ਬਹੁਤ ਈਜ਼ੀ ਹੈ ਵੈਸੇ, ਜੇ ਤੁਸੀਂ ਇਹਨਾਂ ਦੀਆਂ ਕਈ ਵਾਰੀ ਨਾ ਹੁੰਦਾ ਵੀ ਅਸੀਂ ਨਹੀਂ ਪੜ੍ਹਿਆ ਹੁੰਦਾ ਉਸ ਚੀਜ਼ ਬਾਰੇ, ਮਤਲਬ ਉਹ ਚੀਜ਼ ਅਸੀਂ ਕਿਤੇ ਸਾਡੇ ਕਹਿ ਲਓ ਵੀ ਜਾਂ ਤਾਂ ਸਕਿਪ ਕਰ ਗਏ ਜਾਂ ਅਸੀਂ ਪੜ੍ਹੀ ਹੋਈ ਨਹੀਂ ਜਾਂ ਸਾਡੇ ਧਿਆਨ 'ਚ ਨਹੀਂ ਹੈ, ਤਾਂ ਉਹ ਅਸੀਂ ਆਪਸ਼ਨਸ ਦੇਖ ਕੇ ਵੀ ਕੁਛ ਨਾ ਕੁਛ ਜੱਜ ਕਰ ਸਕਦੇ ਹਾਂ ਉਹਨਾਂ ਚੀਜ਼ਾਂ ਨੂੰ। ਹੁਣ ਜਿਵੇਂ ਆਪਾਂ ਗੱਲ ਕਰੀਏ ਇਹਨਾਂ ਦੀਆਂ ਆਪਸ਼ਨਸ ਦੀ, ਜੇ ਇੰਗਲਿਸ਼ ਨਹੀਂ ਸਮਝ ਆਉਂਦਾ ਪੰਜਾਬੀ 'ਚ ਦੇਖੀਏ, ਕਰਪਸ਼ਨ ਬਾਰੇ ਦੱਸਣਾ ਆਪਾਂ, ਪਹਿਲੀ ਹੈ ਆਕਸਫੈਮ ਇੰਟਰਨੈਸ਼ਨਲ, ਸੈਕਿੰਡ ਆਪਸ਼ਨ ਹੈ ਐਮਨੈਸਟੀ ਇੰਟਰਨੈਸ਼ਨਲ, ਤੇ ਥਰਡ ਆਪਸ਼ਨ ਹੈ ਪਾਰਦਰਸ਼ਤਾ ਅੰਤਰਰਾਸ਼ਟਰੀ ਜਿਹਨੂੰ ਆਪਾਂ ਕਹਿੰਦੇ ਹਾਂ ਟਰਾਂਸਪੇਰੈਂਸੀ ਇੰਟਰਨੈਸ਼ਨਲ, ਠੀਕ ਹੈ ਜੀ। ਤੇ ਫੋਰਥ ਵਨ ਹੈ ਯੂਨਾਈਟਿਡ ਨੇਸ਼ਨ ਇਕਨੋਮਿਕ ਐਂਡ ਸੋਸ਼ਲ ਕਾਊਂਸਿਲ। ਇਹਨਾਂ ਜੋ ਸਾਡੀਆਂ ਦੋ ਆਪਸ਼ਨਸ ਨੇ ਸੀ ਤੇ ਡੀ, ਇਹਦੇ 'ਚ ਥੋੜ੍ਹਾ ਬਹੁਤ ਡਾਊਟ ਹੋ ਸਕਦਾ ਸਾਨੂੰ ਵੀ ਇਹਨਾਂ ਦੋਨਾਂ 'ਚੋਂ ਇੱਕ ਹੋਊ, ਕਿਉਂਕਿ ਇੱਕ ਹੈ ਪਾਰਦਰਸ਼ਤਾ, ਪਾਰਦਰਸ਼ਤਾ ਵੀ ਕਰਪਸ਼ਨ ਦੇ ਨਾਲ ਰਿਲੇਟਡ ਹੈ, ਟਰਾਂਸਪੇਰੈਂਸੀ। ਤੇ ਜੇ ਯੂਨਾਈਟਿਡ ਨੇਸ਼ਨ ਇਕਨੋਮਿਕ ਐਂਡ ਸੋਸ਼ਲ ਕਾਊਂਸਿਲ ਦੀ ਦੇਖੀਏ, ਉਹ ਵੀ ਆਪਾਂ ਸੋਚ ਸਕਦੇ ਹਾਂ ਵੀ ਸ਼ਾਇਦ ਹੋ ਸਕਦਾ ਉਹ ਪਬਲਿਸ਼ ਕਰ ਰਹੀ ਹੋਵੇ। ਤਾਂ ਮਤਲਬ ਆਹ ਦੋਨੋਂ ਆਪਸ਼ਨਸ ਨੇ ਇਹ ਤਾਂ ਗਲਤ ਹੋ ਗਈਆਂ। ਤਾਂ ਹੁਣ ਅਸੀਂ ਆਨਸਰ ਕਰਾਂਗੇ ਇਹਨਾਂ ਦੋ ਆਪਸ਼ਨਸ ਦੇ ਵਿੱਚੋਂ। ਮਤਲਬ ਇਹ ਵੀ ਜੇ ਹੁਣ ਅਸੀਂ ਡਾਊਟ ਤੇ ਆਪਾਂ ਡਾਊਟ ਮੰਨ ਕੇ ਚੱਲੀਏ ਤੇ ਇਹ ਕੁਐਸਚਨ ਨੂੰ ਅਟੈਂਪਟ ਕਰਦੇ ਹਾਂ ਤਾਂ 50% ਚਾਂਸਸ ਨੇ ਸਾਡਾ ਆਨਸਰ ਠੀਕ ਹੋਣ ਦੇ। ਤਾਂ ਮੈਨੂੰ ਲੱਗਦਾ ਵੀ ਸਾਨੂੰ ਹੁਣ ਆਨਸਰ ਅਟੈਂਪਟ ਕਰ ਦੇਣਾ ਚਾਹੀਦਾ, ਉਹ ਚਾਹੇ ਪੇਪਰ 'ਚ ਕਰ ਰਹੇ ਹਾਂ ਅਸੀਂ, ਚਾਹੇ ਇੱਥੇ ਕਰ ਰਹੇ ਹਾਂ, ਚਾਹੇ ਕਿਸੇ ਟੈਸਟ ਸੀਰੀਜ਼ 'ਚ ਕਰ ਰਹੇ ਹਾਂ। ਜਿੱਥੇ ਸਾਨੂੰ ਦੋ ਆਪਸ਼ਨਸ ਦੇ ਵਿੱਚ ਡਾਊਟ ਹੈ ਤਾਂ ਸਾਨੂੰ ਜ਼ਰੂਰ ਆਨਸਰ ਕਰਨਾ ਚਾਹੀਦਾ, ਕਿਉਂਕਿ ਇਕੁਅਲ ਚਾਂਸਸ ਨੇ ਸਾਡਾ ਆਨਸਰ ਠੀਕ ਹੋਣ ਦੇ ਤੇ ਗਲਤ ਹੋਣ ਦੇ। ਤੇ ਜੇ ਠੀਕ ਹੁੰਦਾ ਤਾਂ ਸਾਨੂੰ ਨੰਬਰ ਮਿਲਦੇ ਨੇ 2, ਜੇ ਗਲਤ ਹੁੰਦਾ ਤਾਂ ਸਾਡੇ 0.25 ਮਾਰਕਸ ਕੱਟੇ ਜਾਣੇ ਨੇ। ਤਾਂ ਸਾਨੂੰ ਇਹ ਕੁਐਸਚਨ ਅਟੈਂਪਟ ਕਰ ਦੇਣਾ ਚਾਹੀਦਾ। ਤੇ ਮੇਰੇ ਅਕੋਰਡਿੰਗ ਤਾਂ ਇਹ ਪਾਰਦਰਸ਼ਤਾ ਅੰਤਰਰਾਸ਼ਟਰੀ ਹੈ, ਕਿਉਂਕਿ ਸਿੱਧਾ ਸਿੱਧਾ ਪਤਾ ਲੱਗ ਰਿਹਾ ਵੀ ਕਰਪਸ਼ਨ ਤੇ ਪਾਰਦਰਸ਼ਤਾ, ਟਰਾਂਸਪੇਰੈਂਸੀ ਐਂਡ ਕਰਪਸ਼ਨ। ਜੇ ਟਰਾਂਸਪੇਰੈਂਸੀ ਅਸੀਂ ਲੈ ਆਵਾਂਗੇ ਕਿਸੇ ਇੰਸਟੀਚਿਊਟ ਦੇ ਵਿੱਚ ਤਾਂ ਕਰਪਸ਼ਨ ਆਪਣੇ ਆਪ ਖਤਮ ਹੋ ਜੂ, ਠੀਕ ਹੈ। ਤਾਂ ਇਹਦਾ ਰਾਈਟ ਆਨਸਰ ਹੈ ਟਰਾਂਸਪੇਰੈਂਸੀ ਇੰਟਰਨੈਸ਼ਨਲ। ਹਾਂਜੀ, ਸੀ ਇਜ਼ ਦਾ ਰਾਈਟ ਆਨਸਰ, ਠੀਕ ਹੈ ਜੀ। ਤੇ ਨੈਕਸਟ ਸਾਡਾ ਜੋ ਅੱਜ ਦਾ ਡਿਸਕਸ਼ਨ ਦਾ ਟੌਪਿਕ ਹੈ that is exercise C Vigil 2022। ਤੇ ਇਹ ਵੀ ਰੀਸੈਂਟਲੀ ਐਕਸਰਸਾਈਜ਼ ਕੰਡਕਟ ਹੋਈ ਸੀ। ਐਕਸਰਸਾਈਜ਼ਸ ਤੇ ਵੀ ਕੁਐਸਚਨ ਪੁੱਛੇ ਜਾਂਦੇ ਨੇ ਵੀ ਕਈ ਵਾਰੀ ਤਾਂ ਕੁਝ ਸਾਡੀਆਂ ਐਕਸਰਸਾਈਜ਼ਸ ਨੇ ਬਾਈਲੇਟਰਲ ਹੁੰਦੀਆਂ ਨੇ, ਮਤਲਬ ਕਿ ਦੂਸਰੀਆਂ ਕੰਟਰੀਜ਼ ਦੇ ਨਾਲ, ਜਿੱਦਾਂ ਆਪਾਂ ਕੁਐਡ ਦੀ ਗੱਲ ਕਰਦੇ ਹਾਂ, ਉਹਦੇ ਵਿੱਚ US, ਆਸਟ੍ਰੇਲੀਆ, ਜਾਪਾਨ ਪਾਰਟੀਸਪੇਟ ਕਰਦੇ ਨੇ ਇੰਡੀਆ ਦੇ ਨਾਲ। ਇੱਦਾਂ ਹੀ ਕੁਝ ਹੋਰ ਸਾਡੇ ਜੋ ਵੀ ਨੇਬਰਿੰਗ ਕੰਟਰੀਜ਼ ਨੇ ਉਹਨਾਂ ਦੇ ਨਾਲ ਅਸੀਂ ਬਹੁਤ ਸਾਰੀਆਂ ਐਕਸਰਸਾਈਜ਼ਸ, ਕੋਈ ਮਿਲਟਰੀ ਕਰ ਰਹੀ ਹੈ, ਆਰਮੀ ਕਰ ਰਹੀ ਹੈ, ਕਿਤੇ ਨੇਵੀ ਕਰ ਰਹੀ ਹੈ, ਕਿਤੇ ਸਾਡੀ ਏਅਰ ਫੋਰਸ ਕਰ ਰਹੀ ਹੈ। ਸੋ ਉਹ ਜੋ ਨਿਊਜ਼ ਦੇ ਵਿੱਚ ਹੈ ਉਹਦੇ ਬਾਰੇ ਵੀ ਜ਼ਰੂਰ ਪੜ੍ਹੋ, ਕਿਉਂਕਿ ਉਹ ਵੀ ਪੁੱਛਿਆ ਜਾਂਦਾ। ਇੱਥੇ ਵੀ ਆਪਾਂ ਕਵਰ ਕਰਾਂਗੇ ਜਿਹੜੀਆਂ ਨਿਊਜ਼ ਦੇ ਵਿੱਚ ਹੋਣਗੀਆਂ। ਤੇ ਅੱਜ ਆਪਾਂ ਗੱਲ ਕਰਨੀ ਹੈ ਐਕਸਰਸਾਈਜ਼ ਸੀ ਵਿਜਲ ਬਾਰੇ। ਤੇ ਉਸ ਤੋਂ ਪਹਿਲਾਂ ਜੋ ਸਾਡਾ ਕੁਐਸਚਨ ਹੈ ਇਹ ਵੀ UPSC 'ਚ ਪੁੱਛਿਆ ਗਿਆ ਸੀ 2016 ਦੇ ਵਿੱਚ। ਦੇਖੋ ਕਿੰਨਾ ਫੈਕਚੁਅਲ ਕੁਐਸਚਨ ਹੈ, ਬਟ 2000 ਇਹ UPSC ਨੇ ਪੁੱਛਿਆ ਸੀ। ਹਾਊ ਮੈਨੀ ਇੰਡੀਅਨ ਸਟੇਟਸ ਸ਼ੇਅਰ ਦਾ ਇੰਡੀਅਨ ਕੋਸਟ ਲਾਈਨ, ਮਤਲਬ ਜੋ ਸਾਡੀ ਕੋਸਟ ਲਾਈਨ ਹੈ ਉਹਦੇ ਨਾਲ ਕਿੰਨੀਆਂ ਸਟੇਟਸ ਦਾ ਬਾਰਡਰ ਸ਼ੇਅਰ ਹੁੰਦਾ, ਇਹ ਦੱਸਣਾ, ਠੀਕ ਹੈ ਜੀ। ਪਹਿਲੀ ਆਪਸ਼ਨ ਹੈ 8 ਸਟੇਟਸ ਨੇ, ਸੈਕਿੰਡ ਆਪਸ਼ਨ ਹੈ 9, ਤੇ C ਹੈ D, ਦੈਨ ਲਾਸਟ ਇਜ਼ ਨਨ ਆਫ ਦੀਜ਼, ਠੀਕ ਹੈ ਜੀ। ਇਹਦਾ ਆਨਸਰ ਕਰੋ ਵੀ ਕਿੰਨੀਆਂ ਭਾਰਤ ਦੇ ਸੂਬੇ ਨੇ ਜਿਹੜੇ ਸਮੁੰਦਰੀ ਤੱਟ ਦੇ ਨਾਲ ਜਿਨ੍ਹਾਂ ਦਾ ਬਾਰਡਰ ਲੱਗਦਾ, ਜਿਨ੍ਹਾਂ ਦੀ ਸੀਮਾ ਸਾਡੀ ਕੋਸਟ ਲਾਈਨ, ਜਿਵੇਂ ਆਪਾਂ ਜਦੋਂ ਮੈਪ ਦੀ ਗੱਲ ਕਰੀਏ ਨਾ ਇੰਡੀਆ ਦੀ, ਜਿਵੇਂ ਆਹ ਸਾਡਾ ਕੋਸਟ ਲਾਈਨ ਆ ਸਾਰੀ, ਇੱਥੇ ਗੁਜਰਾਤ ਆ ਗਿਆ, ਇੱਧਰ ਆਪਾਂ ਵੈਸਟ ਬੰਗਾਲ ਹੋ ਗਿਆ, ਇਸ ਤੋਂ ਉੱਪਰ ਤਾਂ ਸਾਡੀ ਲੈਂਡ ਲੌਕਡ ਹੀ ਆ। ਕਿਹੜੀਆਂ ਕਿਹੜੀਆਂ ਸਟੇਟਸ ਨੇ ਭਾਰਤ ਦੀਆਂ, ਕਿੰਨੀਆਂ ਸਟੇਟਸ ਨੇ ਜੋ ਇੰਨੇ ਏਰੀਏ ਨੂੰ ਟੱਚ ਕਰਦੀਆਂ ਨੇ, ਉਹ ਦੱਸਣਾ ਆਪਾਂ, ਠੀਕ ਹੈ ਜੀ। ਕਾਊਂਟ ਕਰ ਸਕਦੇ ਹੋ, ਜੇ ਨਹੀਂ ਪਤਾ ਟਾਈਮ ਹੈ ਆਪਾਂ ਅੱਗੇ ਡਿਸਕਸ਼ਨ ਕਰਦੇ ਹਾਂ, ਉਦੋਂ ਬਾਅਦ ਆਪਾਂ ਇਹਦਾ ਆਨਸਰ ਦੇ ਬਾਰੇ ਗੱਲ ਕਰਾਂਗੇ।
ਐਕਸਰਸਾਈਜ਼ ਸੀ ਵਿਜਲ ਦੀ ਗੱਲ ਕਰੀਏ ਜਦੋਂ, ਤਾਂ ਇਹ ਪਹਿਲੀ ਗੱਲ ਤਾਂ ਧਿਆਨ ਰੱਖਣਾ, ਇਹ ਬਾਈਲੇਟਰਲ ਐਕਸਰਸਾਈਜ਼ ਨਹੀਂ ਹੈ, ਕਿਸੇ ਬਾਹਰਲੀ ਕੰਟਰੀ ਦੇ ਨਾਲ ਨਹੀਂ ਹੈ। we are not participating with any foreign country, with any foreign state to conduct this exercise. This is mainly focused on Indian coastal security, on Indian maritime security. ਜੋ ਸਾਡਾ ਸਮੁੰਦਰੀ ਤੱਟ ਹੈ ਉਹਦੀ ਜੋ ਸੁਰੱਖਿਆ ਗੀ, ਸਾਡੇ ਜੋ ਸਮੁੰਦਰੀ ਤੱਟ ਨਾਲ ਜੋ ਸਾਡੇ ਸਟੇਟਸ ਲੱਗਦੇ ਨੇ ਉਹਨਾਂ ਦੀ ਜੋ ਸੁਰੱਖਿਆ ਗੀ, ਉਹਦੇ ਲਈ ਆਪਾਂ ਇਹ ਐਕਸਰਸਾਈਜ਼ ਕੰਡਕਟ ਕਰਦੇ ਹਾਂ। ਠੀਕ ਹੈ ਜੀ। ਕਰਦਾ ਕੌਣ ਹੈ, ਕੌਣ ਕਰੂਗਾ? ਜੇ ਸਾਡੇ ਸਮੁੰਦਰ ਦੇ ਨਾਲ ਲੱਗ ਰਹੀ ਆ ਤਾਂ ਓਬਵੀਅਸ ਹੈ ਕਿ ਇੰਡੀਅਨ ਨੇਵੀ ਉਹਦੇ 'ਚ ਪਾਰਟੀਸਪੇਟ ਕਰ ਰਹੀ ਹੋਊ, ਤੇ ਇੰਡੀਅਨ ਨੇਵੀ ਕਰ ਰਹੀ ਹੈ, ਤੇ ਸਾਰੀਆਂ ਸਟੇਟਸ ਨੇ ਜਿੰਨੀਆਂ ਸਟੇਟਸ ਨੇ, ਚਾਹੇ ਕੋਈ ਯੂਨੀਅਨ ਟੈਰੀਟਰੀ ਆਉਂਦੀ ਹੈ ਉਨ ਏਰੀਏ ਦੇ ਵਿੱਚ, ਉਹ ਵੀ ਸਾਰੀਆਂ ਪਾਰਟੀਸਪੇਟ ਕਰਦੀਆਂ ਨੇ ਇਹਦੇ 'ਚ, ਪਲੱਸ ਜੋ ਸਾਡੀ ਇੰਡੀਅਨ ਕੋਸਟ ਗਾਰਡ ਹੈ। ਠੀਕ ਹੈ ਜੀ। ਸੋ ਸਾਡੇ ਸਮੁੰਦਰੀ ਤੱਟ ਨੂੰ ਜਿਹੜੀ ਫੋਰਸ ਪ੍ਰੋਟੈਕਟ ਕਰਦੀ ਹੈ ਇੰਡੀਅਨ ਕੋਸਟ ਗਾਰਡ, ਉਹ ਵੀ ਇਹਦੇ 'ਚ ਪਾਰਟੀਸਪੇਟ ਕਰਦੀ ਆ। ਤੇ ਪੂਰਾ ਜਿੰਨੀ ਇੰਟਾਇਰ ਇੰਡੀਆ ਦੀ ਕੋਸਟ ਲਾਈਨ ਆ ਨਾ, ਉਹ ਪੂਰੀ ਨੂੰ ਕਵਰ ਕਰਦੀ ਹੈ ਇਹ। ਕੋਈ ਐਂ ਨਹੀਂ ਹੈ ਵੀ ਜਿਵੇਂ ਆਪਾਂ ਕਹਿ ਲਈਏ ਵੀ ਵੈਸਟਰਨ ਕੋਸਟ ਲਾਈਨ ਤੇ ਕਰਦੀ ਹੈ ਜਾਂ ਈਸਟਰਨ ਤੇ ਕਰਦੀ ਹੈ ਜਾਂ ਇਕੱਲੇ ਸਿਰਫ ਸਦਰਨ ਏਰੀਆ 'ਚ ਕਰਦੀ ਹੈ, ਨਹੀਂ। ਜਿੰਨੀ ਸਾਡੀ ਕੋਸਟ ਲਾਈਨ ਆ, ਇੰਟਾਇਰ ਕੋਸਟ ਲਾਈਨ ਦੇ ਉੱਪਰ ਨੂੰ ਕਵਰ ਕਰਦੀ ਹੈ ਐਕਸਰਸਾਈਜ਼। ਇਹ ਕਰਦੀ ਕਿਉਂ ਆ? ਤਾਂ ਕਿ ਦੇਖਿਆ ਜਾਵੇ ਜੋ ਸਾਡੇ ਸਿਕਿਉਰਿਟੀ ਪਰਪਸ ਦੇ ਲਈ ਅਸੀਂ, ਸਾਡੀ ਜੋ ਪ੍ਰੀਪੇਅਰਡਨੈਸ ਆ ਉਹ ਕਿੰਨੀ ਸਟਰੋਂਗ ਹੈ, ਜਾਂ ਉਹਦੇ 'ਚ ਕਿੰਨੀ ਸਾਨੂੰ ਕੋਈ ਇੰਪਰੂਵਮੈਂਟ ਕਰਨ ਦੀ ਲੋੜ ਆ, ਉਹ ਚੀਜ਼ਾਂ ਉਹਦੇ ਲਈ ਆਪਾਂ ਇਹਨੂੰ ਕਰਦੇ ਹਾਂ। ਤੇ ਸਾਡੀ ਕੋਸਟ ਲਾਈਨ ਕਿੰਨੀ ਆ ਟੋਟਲ? 7516, 7516 ਕਿਲੋਮੀਟਰਸ। ਇਹ ਕੁਐਸਚਨ ਸਟੇਟ PCS ਦੇ ਵਿੱਚ, ਉਹ ਚਾਹੇ ਕੋਈ ਵੀ ਸਟੇਟ ਆ, ਪੁੱਛੇ ਜਾਂਦੇ ਨੇ ਇਦਾਂ ਦੇ। ਠੀਕ ਹੈ ਜੀ। ਵੀ ਸਾਡੀ ਕੋਸਟ ਲਾਈਨ ਕਿੰਨੇ ਕਿਲੋਮੀਟਰਸ ਦੀ ਆ? ਧਿਆਨ ਰੱਖਿਓ, ਸਾਡੀ ਕੋਸਟ ਲਾਈਨ ਹੈ ਜੋ 7516 ਕਿਲੋਮੀਟਰਾਂ ਦੀ ਆ, ਤੇ ਪੂਰੀ ਦੀ ਪੂਰੀ ਕੋਸਟ ਲਾਈਨ ਨੂੰ ਐਕਸਰਸਾਈਜ਼ ਕਵਰ ਕਰਦੀ ਆ, ਪਲੱਸ ਜੋ ਸਾਡੀ ਐਕਸਕਲੂਸਿਵ ਇਕਨੋਮਿਕ ਜ਼ੋਨ ਹੈ। ਗਾਇਜ਼, ਐਕਸਕਲੂਸਿਵ ਇਕਨੋਮਿਕ ਜ਼ੋਨ ਜਦੋਂ ਅਸੀਂ ਟੈਰੀਟੋਰੀਅਲ ਵਾਟਰਸ ਦੀ ਗੱਲ ਕਰਦੇ ਆ ਨਾ, ਉਹਦੇ 'ਚ ਆਪਾਂ ਉਹਨਾਂ ਵਾਟਰਸ ਨੂੰ ਡਿਫਰੈਂਟ ਜ਼ੋਨਸ ਦੇ ਵਿੱਚ ਉਹਨਾਂ ਨੂੰ ਡਿਵਾਈਡ ਕੀਤਾ ਹੋਇਆ। ਤੇ ਜਿਹੜੀ ਸਾਡੀ ਐਕਸਕਲੂਸਿਵ ਇਕਨੋਮਿਕ ਜ਼ੋਨ ਆ, ਜਿਵੇਂ ਆਪਾਂ ਆਹ ਸਾਡੀ ਗੱਲ ਕਰ ਲਈ ਵੀ ਆਹ ਕੋਸਟ ਲਾਈਨ ਆ, ਇੱਥੋਂ ਜੋ ਏਰੀਆ 200 ਨੌਟੀਕਲ ਮਾਈਲਸ ਯੂਨਿਟ ਹੁੰਦੀ ਹੈ ਜਦੋਂ ਆਪਾਂ ਇੱਥੇ ਇੱਦਾਂ ਡਿਸਟੈਂਸ ਮੇਜ਼ਰ ਕਰਦੇ ਹਾਂ, ਤਾਂ ਸਾਡੀ ਕੋਸਟ ਲਾਈਨ ਤੋਂ ਲੈ ਕੇ 200 ਨੌਟੀਕਲ ਮਾਈਲ ਤੱਕ ਦਾ ਜੋ ਏਰੀਆ ਹੈਗਾ, ਦੈਟ ਇਜ਼ ਕਾਲਡ ਐਕਸਕਲੂਸਿਵ ਇਕਨੋਮਿਕ ਜ਼ੋਨ। ਜਿਓਗ੍ਰਾਫੀ ਦਾ ਪਾਰਟ ਆ, ਜਦੋਂ ਜਿਓਗ੍ਰਾਫੀ ਪੜ੍ਹਾਂਗੇ ਉਦੋਂ ਡਿਟੇਲ 'ਚ ਕਵਰ ਕਰਾਂਗੇ ਸਾਰੀਆਂ ਚੀਜ਼ਾਂ ਨੂੰ। ਤੇ ਇਹ ਧਿਆਨ ਰੱਖੋ ਵੀ ਇੱਕ ਐਕਸਕਲੂਸਿਵ ਇਕਨੋਮਿਕ ਜ਼ੋਨ ਅਪ ਟੂ 200 ਨੌਟੀਕਲ ਮਾਈਲਸ ਤੱਕ ਹੁੰਦੀ ਹੈ। ਠੀਕ ਹੈ। ਤੇ ਹੁਣ ਆਪਾਂ ਜਿਵੇਂ ਮੈਂ ਦੱਸਿਆ ਤੁਹਾਨੂੰ ਵੀ ਕੰਡਕਟਡ ਬਾਈ ਇੰਡੀਅਨ ਨੇਵੀ ਇਨ ਕੋਆਰਡੀਨੇਸ਼ਨ ਵਿਦ ICG, ਇੰਡੀਅਨ ਕੋਸਟ ਗਾਰਡ, ਪਲੱਸ ਜੋ ਵੀ ਸਾਡੀਆਂ ਸਟੇਟਸ, ਜੋ ਵੀ ਸਾਡੀਆਂ ਯੂਨੀਅਨ ਟੈਰੀਟਰੀਜ਼ ਕੋਸਟਲ ਏਰੀਆਜ਼ ਤੇ ਆਉਂਦੀਆਂ ਨੇ, ਉਹਨਾਂ ਨੂੰ ਵੀ ਇਨਵੋਲਵ ਕੀਤਾ ਜਾਂਦਾ। ਤੇ ਇਹ ਜੋ ਐਕਸਰਸਾਈਜ਼ ਹੈ, ਇਟ ਵਾਜ਼ ਫਸਟ ਸਟਾਰਟਡ ਇਨ 2019, 2019 'ਚ ਆਪਾਂ ਸਟਾਰਟ ਕੀਤੀ ਸੀ। ਤੇ ਸਟਾਰਟ ਕਿਉਂ ਕੀਤੀ ਸੀ? ਸਟਾਰਟ ਕਰਨ ਦਾ ਜੋ ਰੀਜ਼ਨ ਸੀ ਉਹ ਇਹ ਸੀ ਵੀ ਜੋ 26/11/2008 ਦੇ ਵਿੱਚ ਮੁੰਬਈ ਦੇ ਵਿੱਚ ਟੈਰਰ ਅਟੈਕਸ ਹੋਏ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਜੋ ਵੀ ਟੈਰਰਿਸਟ ਆਏ ਸੀ, ਜੋ ਵੀ ਉਹਨਾਂ ਨੇ ਐਕਸਪਲੋਸਿਵਸ ਲਿਆਂਦੇ ਸੀ, ਉਹ ਸਾਰੇ ਸੀ ਰੂਟ ਦੇ ਥਰੂ ਆਏ ਸੀ, ਪੋਰਟਸ ਦੇ ਥਰੂ ਐਂਟਰ ਹੋਏ ਸੀ ਉਹ। ਉਹਦੇ ਬਾਅਦ ਆਪਣੇ ਜੋ ਸਾਡੀ ਕੋਸਟਲ ਸਿਕਿਉਰਿਟੀ ਆ ਉਹਨੂੰ ਸਟਰੋਂਗ ਕਰਨਾ ਇੰਡੀਆ ਦੇ ਲਈ ਬਹੁਤ ਇੰਪੋਰਟੈਂਟ ਹੋ ਗਿਆ ਸੀ। ਤੇ ਜੋ ਉਹਦੇ ਬਾਅਦ ਆਪਾਂ ਪ੍ਰੋਟੈਕਟਿਵ ਮੈਜ਼ਰਸ ਲੈਤੇ ਨੇ ਸਿਕਿਉਰਿਟੀ ਨੂੰ ਸਟਰੈਂਥਨ ਕਰਨ ਦੇ ਲਈ, ਉਹਨਾਂ ਮੈਜ਼ਰਸ ਦੀ ਇਫੈਕਟਿਵਨੈਸ ਨੂੰ ਚੈੱਕ ਕਰਨ ਦੇ ਲਈ ਆਪਾਂ ਇਹ ਐਕਸਰਸਾਈਜ਼ ਕਰਦੇ ਹਾਂ ਸਿੰਸ 2019। ਹਰ ਸਾਲ ਇਹ ਐਕਸਰਸਾਈਜ਼ ਹੋ ਰਹੀ ਆ, ਤੇ ਇਸ ਸਾਲ ਇਹ ਹੋ ਚੁੱਕੀ ਆ। ਤੇ ਜਿਵੇਂ 2022 ਨਵੰਬਰ ਦੇ ਵਿੱਚ ਹੋਈ ਸੀ, ਹਰ ਸਾਲ ਇਸੇ ਜਿਵੇਂ ਕਹ ਲਓ ਨਵੰਬਰ ਦੇ ਜਾਂ ਅਕਤੂਬਰ ਨਵੰਬਰ 'ਚ ਹੁੰਦੀ ਆ। ਠੀਕ ਹੈ ਜੀ। ਕਿਉਂ ਕਰਦੇ ਆ ਇਹ? 26/11 ਮੁੰਬਈ ਅਟੈਕਸ ਦੇ ਬਾਅਦ ਜੋ ਸਾਨੂੰ ਇੱਕ ਸਿਕਿਉਰਿਟੀ ਥ੍ਰੈਟ ਬਣਿਆ ਸੀ, ਉਹਦੇ ਅਗੇਂਸਟ ਪ੍ਰੋਟੈਕਸ਼ਨ ਦੇਣ ਵਾਸਤੇ। ਤੇ ਇੱਕ ਪੁਆਇੰਟ ਇਹਦੇ ਲਈ ਹੋਰ ਰੈਲੇਵੈਂਟ ਹੈ, ਦੈਟ ਇਜ਼ ਐਕਸਰਸਾਈਜ਼ ਇਜ਼ ਅ ਬਿਲਡ ਅਪ ਟੂਵਰਡਸ TROPEX, ਥੀਏਟਰ ਲੈਵਲ ਰੈਡੀਨੈਸ ਆਪਰੇਸ਼ਨ ਐਕਸਰਸਾਈਜ਼, which the Navy conducts every 2 years। ਹਰ ਇੱਕ 2 ਸਾਲਾਂ ਬਾਅਦ ਇੰਡੀਅਨ ਨੇਵੀ ਇੱਕ TROPEX ਐਕਸਰਸਾਈਜ਼ ਕਰਦੀ ਹੈ। ਠੀਕ ਹੈ ਜੀ। TROPEX ਐਕਸਰਸਾਈਜ਼ ਕਰਦੀ ਆ, ਜੋ ਸਾਡੀ ਕਹਿ ਲਓ ਵੀ ਜੋ ਸਾਡੇ ਮਿਲਟਰੀ ਥੀਏਟਰਸ ਨੇ ਉਹਨਾਂ ਦੀ ਰੈਡੀਨੈਸ ਨੂੰ ਚੈੱਕ ਕਰਨ ਦੇ ਲਈ ਐਕਸਰਸਾਈਜ਼ ਕੀਤੀ ਜਾਂਦੀ ਆ। ਤੇ ਇਹ ਉਸੇ ਵੱਲ ਇੱਕ ਸਾਡੇ ਸਟੈਪਸ ਨੇ ਵੀ ਆਪਾਂ ਪਹਿਲਾਂ ਇਹ ਕਰਦੇ ਹਾਂ, ਤੇ ਫਿਰ 2 ਸਾਲਾਂ ਉਹਦੇ ਬੇਸਿਸ ਤੇ ਹੀ ਸਾਡੀ ਜੋ TROPEX ਐਕਸਰਸਾਈਜ਼ ਆ ਉਹ ਕੰਡਕਟ ਕੀਤੀ ਜਾਂਦੀ ਆ। ਤਾਂ ਮਤਲਬ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਆਪਾਂ, ਜੋ ਸੀ ਵਿਜਲ ਹੈ ਨਾ, ਇਹ TROPEX ਦਾ ਹੀ ਇੱਕ ਪਾਰਟ ਹੈ। ਤੇ ਹੁਣ ਆਪਾਂ ਗੱਲ ਕਰੀਏ ਸਾਡੇ ਕੁਐਸਚਨ ਦੀ ਵੀ ਕਿੰਨੀਆਂ ਸਟੇਟਸ ਨੇ। ਪਹਿਲੀ ਗੱਲ ਤਾਂ ਧਿਆਨ ਰੱਖੋ, ਇੱਥੇ ਕੁਐਸਚਨ ਦੇ ਵਿੱਚ ਤੁਹਾਨੂੰ ਸਿਰਫ ਸਟੇਟਸ ਪੁੱਛਿਆ ਗਿਆ, ਇੰਡੀਅਨ ਸਟੇਟਸ। ਇੱਥੇ ਯੂਨੀਅਨ ਟੈਰੀਟਰੀਜ਼ ਦੀ ਗੱਲ ਨਹੀਂ ਹੋ ਰਹੀ,
ਇੱਥੇ ਸਿਰਫ ਇੰਡੀਅਨ ਸਟੇਟਸ ਪੁੱਛਿਆ ਜਾ ਰਿਹਾ ਜੋ ਸਾਡੀ ਕੋਸਟ ਲਾਈਨ ਦੇ ਨਾਲ ਬਾਰਡਰ ਸ਼ੇਅਰ ਕਰਦੀਆਂ ਨੇ। ਤੇ ਕਾਫੀ ਬੱਚਿਆਂ ਨੇ ਇਹਦਾ ਆਨਸਰ ਕੀਤਾ। ਸੀ ਬੀ ਬੀ 9 ਕਹਿ ਰਿਹਾ, ਕੋਈ ਇੱਕ 9 ਕਹਿ ਰਿਹਾ ਪਲੱਸ ਲਕਸ਼ਦਵੀਪ ਕਹਿ ਰਿਹਾ। ਜੇ ਤੁਸੀਂ ਲਕਸ਼ਦਵੀਪ ਕਹਿ ਰਹੇ ਹੋ ਮਿੱਥੂ ਇੰਦਰ ਜੀ, ਲਕਸ਼ਦਵੀਪ ਦੇ ਨਾਲ ਫਿਰ ਅੰਡੇਮਾਨ ਵੀ ਆਊਗਾ, ਹੈ ਨਾ, ਬਟ ਉਹ ਦੋਨੋਂ ਆਈਲੈਂਡਸ ਨੇ, ਉਹ ਸਾਡੀ ਕੋਸਟ ਲਾਈਨ ਦੇ ਨਾਲ ਨਹੀਂ ਹੈ, ਉਹ ਤਾਂ ਸਾਡੇ ਆਈਲੈਂਡ ਨੇਸ਼ਨਸ ਨੇ, ਸਾਡੇ ਆਈਲੈਂਡਸ ਨੇ। ਹੁਣ ਕੋਸਟ ਲਾਈਨ ਤਾਂ ਸਾਡੀ ਆਹ ਹੈ ਸਾਰੀ, ਇਹਨਾਂ ਦੇ ਨਾਲ ਤਾਂ ਲਕਸ਼ਦਵੀਪ ਜਾਂ ਅੰਡੇਮਾਨ ਦਾ ਕੋਈ ਲੈਣ ਦੇਣ ਨਹੀਂ ਹੈ, ਠੀਕ ਹੈ। ਇਹਦੇ ਨਾਲ ਤਾਂ ਜੋ ਸਾਡੀਆਂ ਇੱਥੇ ਸਟੇਟਸ ਨੇ ਨਾ, ਇੱਥੇ ਆਹ ਰੀਜ਼ਨ ਦੇ ਵਿੱਚ ਆਪਾਂ ਉਹਨਾਂ ਦਾ ਨੰਬਰ ਦੱਸਣਾ। ਤੇ ਜੇ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਗੁਜਰਾਤ ਆ ਗਿਆ, ਫਿਰ ਮਹਾਰਾਸ਼ਟਰ ਆ ਗਿਆ, ਦੈਨ ਕਰਨਾਟਕਾ, ਦੈਨ ਕੇਮਸ ਗੋਆ। ਤੇ ਇਹ ਕਈ ਵਾਰੀ ਨਾ ਗੋਆ ਜੋ ਹੈ ਇਹਦੇ ਕਰਕੇ ਥੋੜਾ ਜਿਹਾ ਵੀ ਬੰਦਾ ਕਈ ਵਾਰੀ ਸਕਿਪ ਕਰ ਜਾਂਦੀ ਹੈ, ਕਿਉਂਕਿ ਬਹੁਤ ਛੋਟੀ ਜੀ ਸਟੇਟ ਆ। ਕਈ ਵਾਰੀ ਜਦੋਂ ਕਾਊਂਟਿੰਗ ਕਰਦੇ ਆ, ਜਦੋਂ ਸਾਡੇ ਸਾਹਮਣੇ ਮੈਪ ਨਹੀਂ ਹੁੰਦਾ ਤਾਂ ਉਹ ਚੀਜ਼ਾਂ ਸਾਡੇ ਮਾਈਂਡ 'ਚ ਨਹੀਂ ਆਉਂਦੀਆਂ। ਤੇ ਗੋਆ ਆ ਗਿਆ, ਦੈਨ ਗੋਆ ਦੇ ਬਾਅਦ ਕੇਰਲ ਆ ਗਿਆ, ਦੈਨ ਤਮਿਲਨਾਡੂ, ਦੈਨ ਆਂਧਰਾ ਪ੍ਰਦੇਸ਼। ਧਿਆਨ ਰੱਖਿਓ ਤੇਲੰਗਾਨਾ ਜੋ ਹੈ ਉਹ ਲੈਂਡ ਲੌਕਡ ਹੈ, ਉਹ ਕੋਸਟ ਦੇ ਨਾਲ ਕਿਸੇ ਸਾਈਡ ਤੇ ਨਹੀਂ ਹੈ, ਆਂਧਰਾ ਪ੍ਰਦੇਸ਼। ਦੈਨ ਆਪਣਾ ਵੈਸਟ ਬੰਗਾਲ, ਠੀਕ ਹੈ ਜੀ। 1 2 3 4 5 6 7 8 ਸਟੇਟਸ ਨੇ ਸਾਰੀਆਂ, ਜੇ ਆਪਾਂ ਸਿਰਫ ਸਟੇਟਸ ਦੀ ਗੱਲ ਕਰੀਏ। ਜੇ ਆਪਾਂ ਯੂਨੀਅਨ ਟੈਰੀਟਰੀਜ਼ ਨੂੰ ਇਨਕਲੂਡ ਕਰਨਾ ਫਿਰ ਪੌਂਡੀਚੇਰੀ ਵੀ ਆ ਜਾਊਗਾ, ਦਮਨ ਐਂਡ ਦਿਊ, ਦਾਦਰਾ ਨਗਰ ਹਵੇਲੀ ਵੀ ਆ ਜਾਊਗਾ। ਫਿਰ ਸਾਡੀਆਂ ਦੋ ਹੋਰ ਹੋ ਜਾਣਗੀਆਂ ਜੇ ਆਪਾਂ ਯੂਨੀਅਨ ਟੈਰੀਟਰੀਜ਼ ਦੀ ਗੱਲ ਕਰਾਂਗੇ। ਬਟ ਵੈਨ ਵੀ ਆਰ ਦ ਕੁਐਸਚਨ ਇਜ਼ ਆਸਕਿੰਗ ਯੂ ਅਬਾਊਟ ਸਟੇਟਸ, ਤਾਂ ਸਟੇਟਸ ਆਰ ਓਨਲੀ 8, ਠੀਕ ਹੈ ਜੀ। ਹਾਂਜੀ ਠੀਕ ਹੈ ਜੀ, ਆਨਸਰ ਇਜ਼ 8। ਤੇ ਜੋ ਸਾਡੀ ਅੱਜ ਦੀ ਡਿਸਕਸ਼ਨ ਦਾ ਲਾਸਟ ਟੌਪਿਕ ਹੈ, ਦੈਟ ਇਜ਼ ਇੰਡੀਆਜ਼ ਫਸਟ ਡਾਰਕ ਸਕਾਈ ਰਿਜ਼ਰਵ। ਵੈਰੀ ਵੈਰੀ ਇੰਪੋਰਟੈਂਟ ਗਾਈਜ਼, UPSC ਲਈ ਤੇ PCS ਦੋਨਾਂ ਦੇ ਲਈ। ਮੈਂ ਤੁਹਾਨੂੰ ਕਹਿ ਸਕਦਾ ਵੀ ਪ੍ਰੀ ਦੇ ਵਿੱਚ ਪੱਕਾ ਕੁਐਸਚਨ ਹੋਊ, ਜੇ UPSC ਦੋਨਾਂ 'ਚ ਵੀ ਹੋ ਸਕਦਾ, ਬਟ ਇੱਕ ਪੇਪਰ ਦੇ ਵਿੱਚ ਇਹ ਕੁਐਸਚਨ ਪੱਕਾ ਮਿਲੂ, ਕਿਉਂਕਿ ਬਹੁਤ ਇੰਪੋਰਟੈਂਟ ਇੱਕ ਕਨਸੈਪਟ ਹੈ, ਇਨਵਾਇਰਨਮੈਂਟ ਦੇ ਨਾਲ ਵੀ ਰਿਲੇਟਡ ਹੈ। ਤੇ ਇੰਡੀਆ ਦੇ ਲਈ ਇਹ ਫਸਟ ਟਾਈਮ ਆਪਾਂ ਇੱਦਾਂ ਦਾ ਸਿਸਟਮ ਇੱਕ ਰਿਜ਼ਰਵ ਸੈਟਅਪ ਕਰ ਰਹੇ ਹਾਂ। ਤਾਂ ਜੋ ਵੀ ਚੀਜ਼ਾਂ ਫਸਟ ਟਾਈਮ ਇੰਡੀਆ ਦੇ ਵਿੱਚ ਇੰਟਰੋਡਿਊਸ ਹੋ ਰਹੀਆਂ ਨੇ ਉਹ ਇੰਪੋਰਟੈਂਟ ਨੇ। ਤੇ ਕੁਝ ਸਾਡੀਆਂ ਜਿਓਗ੍ਰਾਫੀਕਲ ਲੋਕੇਸ਼ਨਸ ਨੇ, ਜਾਂ ਆਪਾਂ ਗੱਲ ਕਰੀਏ ਸਾਡੇ ਆਈਲੈਂਡਸ ਦੀ, ਅੰਡੇਮਾਨ ਨਿਕੋਬਾਰ, ਲਕਸ਼ਦਵੀਪ, ਜੇ ਕੋਈ ਚੀਜ਼ ਉਹਨਾਂ ਨਾਲ ਪਾਰਟੀਕੂਲਰਲੀ ਕੰਸਰਨਡ ਆ ਉਹ ਸਾਡੇ ਪੇਪਰ ਲਈ ਬਹੁਤ ਇੰਪੋਰਟੈਂਟ ਆ। ਜੇ ਕੋਈ ਚੀਜ਼ ਸਾਡੇ ਨਾਰਥ ਈਸਟ ਨਾਲ ਕੰਸਰਨਡ ਹੈ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਆ। ਜੇ ਕੋਈ ਚੀਜ਼ ਸਾਡੇ ਲਦਾਖ ਜਾਂ ਜੰਮੂ ਕਸ਼ਮੀਰ ਵਾਲੇ ਰੀਜਨ ਦੇ ਨਾਲ ਕੰਸਰਨਡ ਆ ਉਹ ਵੀ ਸਾਡੇ ਲਈ ਬਹੁਤ ਇੰਪੋਰਟੈਂਟ ਆ, ਕਿਉਂਕਿ ਇਹ ਜੋ ਸਾਡੇ ਏਰੀਆਜ਼ ਨੇ ਨਾ, ਇਹ ਬਹੁਤ, ਜਿਵੇਂ ਕਹਿ ਲਓ ਵੀ ਬਹੁਤ ਚੀਜ਼ਾਂ ਕੰਸਿਡਰ ਕਰਕੇ ਆਪਾਂ ਕਹਿ ਲਓ ਵੀ ਬਹੁਤ ਪੁਆਇੰਟਸ, ਬਹੁਤ ਸਾਰੇ ਫੈਕਟਰਸ ਤੋਂ ਇੰਪੋਰਟੈਂਟ ਨੇ ਸਾਡੇ ਲਈ। ਇਹ ਸਿਕਿਉਰਿਟੀ ਪਰਪਸਿਸ ਤੋਂ ਵੀ ਨੇ, ਕੁਝ ਜਿਓਗ੍ਰਾਫੀਕਲ ਲੋਕੇਸ਼ਨਸ ਤੋਂ ਵੀ ਨੇ। ਕਿਸੇ ਜਿਵੇਂ ਨਾਰਥ ਈਸਟ ਵੈਸੇ ਸਾਡੇ ਲਈ ਕਹਿ ਲਓ ਵੀ ਉਹ ਥੋੜ੍ਹਾ ਜਿਹਾ ਇੰਡੀਆ ਨਾਲੋਂ ਸਾਈਡ ਤੇ ਹੈ, ਡਿਵੈਲਪਮੈਂਟ ਨੂੰ ਲੈ ਕੇ ਵੀ ਉਹਦੇ ਇਸ਼ੂਜ਼ ਰਹਿੰਦੇ ਨੇ, ਤੇ ਉਹਨਾਂ ਦੇ ਇੰਟੀਗ੍ਰੇਸ਼ਨ ਨੂੰ ਲੈ ਕੇ ਵੀ ਕੁਛ ਨਾ ਕੁਛ ਇਸ਼ੂਜ਼ ਰਹਿੰਦੇ ਨੇ, ਕਿਉਂਕਿ ਉਹ ਆਪਣੇ ਤੋਂ ਲੈਫਟ ਆਊਟ ਫੀਲ ਕਰਦੇ ਨੇ। ਤਾਂ ਉਹਨਾਂ ਚੀਜ਼ਾਂ ਦੇ ਰਿਗਾਰਡਿੰਗ ਜੇ ਕੋਈ ਵੀ ਨਿਊਜ਼ ਆ ਕਰੰਟ ਤੁਹਾਨੂੰ ਮਿਲ ਰਹੀ ਆ, ਉਹ ਸਾਡੇ ਹਰ ਪੇਪਰ ਲਈ ਇੰਪੋਰਟੈਂਟ ਹੈ। ਹਾਂਜੀ ਸਤਿੰਦਰ ਜੀ, ਹੈਲੋ ਜੀ, ਲੇਟ ਹੋ ਜਾਂਦੇ ਹੋ ਤੁਸੀਂ, ਕੱਲ ਵੀ ਤੁਸੀਂ ਲੇਟ ਹੀ ਮੈਸੇਜ ਕੀਤਾ ਸੀ। ਟਾਈਮ ਤੇ ਆਇਆ ਕਰੋ, ਕਲਾਸ ਸਾਡੀ 8 ਵਜੇ ਸਟਾਰਟ ਹੋ ਜਾਂਦੀ ਆ। ਇੰਪੋਰਟੈਂਟ ਟੌਪਿਕਸ ਨੇ ਇਹ, ਤੇ ਜ਼ਰੂਰ ਦੇਖਿਆ ਕਰੋ ਇਹਨਾਂ ਕਲਾਸਿਸ ਨੂੰ। ਤੇ ਸਾਡਾ ਇਹਦੇ ਰਿਲੇਟਡ ਜੋ ਕੁਐਸਚਨ ਹੈ, ਦੈਟ ਇਜ਼ ਰੀਸੈਂਟਲੀ ਇੰਡੀਆਜ਼ ਫਸਟ ਕ੍ਰਿਪਟੋਗੈਮਿਕ ਗਾਰਡਨ ਹੈਜ਼ ਬੀਨ ਓਪਨਡ ਇਨ। ਇਹ ਕੁਐਸਚਨ 2022 ਦੇ ਵਿੱਚ ਜੋ PPSC ਨੇ ਨਾਇਬ ਤਹਿਸੀਲਦਾਰ ਦਾ ਪੇਪਰ ਕੰਡਕਟ ਕੀਤਾ ਸੀ, ਉਹਦੇ 'ਚ ਇਹ ਕੁਐਸਚਨ ਪੁੱਛਿਆ ਗਿਆ ਸੀ। ਤੇ ਜੇ ਆਪਾਂ ਨਾਇਬ ਤਹਿਸੀਲਦਾਰ ਦੇ ਪੇਪਰ ਦੀ ਗੱਲ ਕਰੀਏ, ਉਹਦਾ ਜੋ ਲੈਵਲ ਸੀ ਨਾ, ਉਹ PCS, ਜਿਵੇਂ ਅੱਜ ਦਾ ਹਾਲੇ ਤੱਕ ਜੋ PCS ਪੇਪਰ ਕੰਡਕਟ ਕੀਤੇ ਨੇ PPSC ਨੇ, ਉਹਨਾਂ ਤੋਂ ਵੀ ਉੱਪਰ ਦਾ ਲੈਵਲ ਸੀ। ਉਹ ਬਿਲਕੁਲ UPSC ਫਾਰਮੈਟ ਦਾ ਪੇਪਰ ਸੀ ਉਹ ਨਾਇਬ ਤਹਿਸੀਲਦਾਰ ਦਾ ਪੇਪਰ। ਚਲੋ ਉਹਦੇ ਕੁਝ ਇਸ਼ੂਜ਼ ਹੋ ਗਏ ਜਿਹਦੇ ਕਰਕੇ ਉਹ ਜੋ ਰਿਕਰੂਟਮੈਂਟ ਸੀ ਹਲੇ ਤੱਕ ਕੰਪਲੀਟ ਨਹੀਂ ਹੋ ਪਾਈ, ਬਟ ਪੇਪਰ ਬਹੁਤ, ਉਹ ਇੱਕ ਲੈਵਲ ਉਹਦਾ ਬਹੁਤ ਵਧੀਆ ਲੈਵਲ ਸੈੱਟ ਕੀਤਾ ਹੋਇਆ ਸੀ। ਉਹਦੇ 'ਚ ਕੁਐਸਚਨ ਪੁੱਛਿਆ ਗਿਆ ਸੀ, ਰੀਸੈਂਟਲੀ ਇੰਡੀਆਜ਼ ਫਸਟ ਕ੍ਰਿਪਟੋਗੈਮਿਕ ਗਾਰਡਨ ਹੈਜ਼ ਬੀਨ ਓਪਨਡ ਇਨ। ਇਹ ਦੱਸਣਾ ਤੁਸੀਂ ਕਿਹੜੀ ਸਟੇਟ 'ਚ ਓਪਨ ਕੀਤਾ ਗਿਆ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ ਜਾਂ ਫਿਰ ਪੰਜਾਬ। ਹਾਂ ਬੱਚੇ ਇਹਦਾ ਆਨਸਰ ਕਰ ਰਹੇ ਨੇ, ਬਾਕੀਆਂ ਨੂੰ ਵੀ ਮੈਂ ਕਹਿੰਦਾ ਤੁਸੀਂ ਵੀ ਕਰੋ। ਕ੍ਰਿਪਟੋਗੈਮਿਕ, ਫਸਟ ਕ੍ਰਿਪਟੋਗੈਮਿਕ ਗਾਰਡਨ ਆਫ ਇੰਡੀਆ ਕਿਹੜੀ ਸਟੇਟ ਦੇ ਵਿੱਚ ਓਪਨ ਕੀਤਾ ਗਿਆ ਰੀਸੈਂਟਲੀ, ਠੀਕ ਹੈ ਜੀ। ਤੇ ਹੁਣ ਆਪਾਂ ਇਹਦੀ ਜੋ ਗੱਲ ਕਰਦੇ ਹਾਂ, ਜੋ ਸਾਡੀ
ਡਾਰਕ ਸਕਾਈ ਰਿਜ਼ਰਵ ਦੀ ਗੱਲ ਕਰਦੇ ਹਾਂ, ਕਿਉਂ ਇੰਪੋਰਟੈਂਟ ਹੈ ਇਹ? ਬਿਕੋਜ਼ ਰੀਸੈਂਟਲੀ ਇੰਡੀਆ ਦਾ ਫਸਟ ਡਾਰਕ ਸਕਾਈ ਜੋ ਸਾਡੀ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਆ, ਉਹਨਾਂ ਨੇ ਅਨਾਊਂਸ ਕੀਤਾ ਕਿ ਦੈਟ ਵੀ ਆਰ ਗੋਇੰਗ ਟੂ ਸੈਟ ਅਪ ਇੰਡੀਆਜ਼ ਫਸਟ ਡਾਰਕ ਸਕਾਈ ਰਿਜ਼ਰਵ ਇਨ ਲਦਾਖ ਦੇ ਵਿੱਚ ਵੀ ਇੱਕ ਏਰੀਆ ਹੈ ਹੈਨਲੇ, ਬਹੁਤ ਇੰਪੋਰਟੈਂਟ ਹੈ, ਕਈ ਪੁਆਇੰਟਸ ਤੋਂ ਇੰਪੋਰਟੈਂਟ ਹੈ ਹੈਨਲੇ, ਤੇ ਉਹਨਾਂ ਚੋਂ ਇੱਕ ਹੁਣ ਹੋ ਗਿਆ ਡਾਰਕ ਸਕਾਈ ਰਿਜ਼ਰਵ। ਇਹ ਧਿਆਨ ਰੱਖਿਓ, ਤੁਹਾਨੂੰ ਸਿੱਧਾ ਇਹ ਪੁੱਛਿਆ ਜਾ ਸਕਦਾ ਕਿ ਹੈਨਲੇ ਜੋ ਏਰੀਆ ਉਹ ਕਿਸ ਸਟੇਟ ਜਾਂ ਕਿਸ ਯੂਟੀ ਦਾ ਪਾਰਟ ਹੈ। ਇਹ ਵੀ ਧਿਆਨ ਰੱਖਿਓ ਵੀ ਜੰਮੂ ਕਸ਼ਮੀਰ ਦਾ ਪਾਰਟ ਨਹੀਂ ਹੈ ਹੁਣ ਇਹ, ਕਿਉਂਕਿ ਜੰਮੂ ਕਸ਼ਮੀਰ ਇੱਕ ਅਲੱਗ ਯੂਨੀਅਨ ਟੈਰੀਟਰੀ ਆ ਤੇ ਲਦਾਖ ਇੱਕ ਅਲੱਗ ਯੂਨੀਅਨ ਟੈਰੀਟਰੀ ਆ, ਪਹਿਲਾਂ ਇਕੱਠੇ ਹੁੰਦੇ ਸੀ ਬਟ ਹੁਣ ਦੋਨੋਂ ਅਲੱਗ ਨੇ ਇਹ, ਠੀਕ ਹੈ। ਤੁਹਾਨੂੰ ਆਪਸ਼ਨ ਦੇ ਵਿੱਚ ਹੋ ਸਕਦਾ ਵੀ ਹੈਨਲੇ ਇਜ਼ ਇਨ ਜੰਮੂ ਕਸ਼ਮੀਰ, ਇਜ਼ ਇਨ ਉੱਤਰਾਖੰਡ, ਇਜ਼ ਇਨ ਹਿਮਾਚਲ ਪ੍ਰਦੇਸ਼ ਔਰ ਨਨ ਆਫ ਦਾ ਅਬਵ। ਉਹ ਕਈ ਵਾਰੀ ਪਿੱਛੇ ਵਾਲੀਆਂ ਚੀਜ਼ਾਂ ਸਾਡੇ ਦਿਮਾਗ ਚੱਲੇ ਜਾਂਦੇ, ਜੰਮੂ ਕਸ਼ਮੀਰ ਲਾ ਦਿੰਦੇ ਕਾਲੀ ਕਾਲੀ 'ਚ, ਨਹੀਂ ਧਿਆਨ ਰੱਖੋ ਜੰਮੂ ਕਸ਼ਮੀਰ ਐਂਡ ਲਦਾਖ ਹੁਣ ਦੋਨੋਂ ਅਲੱਗ-ਅਲੱਗ ਨੇ, ਤਾਂ ਜੋ ਹੈਨਲੇ ਹੈ ਇਹ ਲਦਾਖ ਦੇ ਵਿੱਚ ਹੈ, ਠੀਕ ਹੈ ਜੀ। ਤੇ ਡਾਰਕ ਸਕਾਈ ਰਿਜ਼ਰਵ ਹੁੰਦਾ ਕੀ ਆ? ਡਾਰਕ ਸਕਾਈ ਰਿਜ਼ਰਵ ਗਾਇਜ਼ ਇੱਕ ਸਿਰਫ ਇੱਕ ਰੈਕੋਗਨੀਸ਼ਨ ਆ, ਜੋ ਇੰਟਰਨੈਸ਼ਨਲ ਜੋ ਡਾਰਕ ਸਕਾਈ ਸਾਡੀ ਐਸੋਸੀਏਸ਼ਨ ਆ, ਉਹ ਕਿਸੇ ਵੀ ਏਰੀਆ ਨੂੰ, ਕਿਸੇ ਵੀ ਰੀਜਨ ਨੂੰ ਇੱਕ ਰੈਕੋਗਨੀਸ਼ਨ ਪ੍ਰੋਵਾਈਡ ਕਰਦਾ ਕਿ ਉਹ ਏਰੀਆ ਡਾਰਕ ਸਕਾਈ ਰਿਜ਼ਰਵ ਹੈ। ਉਹ ਕਿਸ ਬੇਸਿਸ ਤੇ ਉਹ ਰੈਕੋਗਨੀਸ਼ਨ ਦਿੰਦਾ? ਉਹਦਾ ਬੇਸਿਸ ਹੈ ਵੀ ਉੱਥੇ ਉਸ ਰੀਜਨ ਦੇ ਵਿੱਚ ਇੱਦਾਂ ਦੀਆਂ ਕੁਝ ਪਾਲਿਸੀਜ਼ ਹੋਣ ਜਿਹੜੀਆਂ ਜੋ ਆਰਟੀਫਿਸ਼ੀਅਲ ਲਾਈਟ ਦਾ ਇੰਟਰਫੇਰੈਂਸ ਆ ਨਾ ਉਹਨੂੰ ਘਟਾਉਂਦੀਆਂ ਹੋਣ। ਮਤਲਬ ਉਸ ਏਰੀਆ ਦੇ ਵਿੱਚ ਆਰਟੀਫਿਸ਼ੀਅਲ ਲਾਈਟਨਿੰਗ ਆ, ਜੋ ਜਿਵੇਂ ਆਪਾਂ ਕਹਿੰਦੇ ਵੀ ਆਪਾਂ ਕਿੰਨੀਆਂ ਲਾਈਟਾਂ ਯੂਜ਼ ਕਰਦੇ ਹਾਂ, ਹੈ ਨਾ, ਇਲੈਕਟ੍ਰੀਸਿਟੀ ਦਾ ਆਪਾਂ ਯੂਜ਼ ਕਰਦੇ ਹਾਂ, ਮਤਲਬ ਉਹਦੇ ਨਾਲ ਜਿੰਨੀ ਜ਼ਿਆਦਾ ਆਪਾਂ ਲਾਈਟਿੰਗ ਆਪਾਂ ਰਾਤ ਨੂੰ ਯੂਜ਼ ਕਰਾਂਗੇ ਨਾ, ਉਹਦੇ ਨਾਲ ਬਹੁਤ ਸਾਰੇ ਬਰਡਸ ਨੇ, ਬਹੁਤ ਸਾਰੇ ਐਨੀਮਲਸ ਨੇ, ਈਵਨ ਹਿਊਮਨਸ ਤੇ ਵੀ ਉਸ ਚੀਜ਼ ਦਾ ਨੈਗੇਟਿਵ ਇੰਪੈਕਟ ਪੈਂਦਾ। ਤੇ ਇੰਟਰਨੈਸ਼ਨਲ ਜੋ ਡਾਰਕ ਸਕਾਈ ਐਸੋਸੀਏਸ਼ਨ ਆ, ਇਹ ਕੁਝ ਏਰੀਆਜ਼ ਨੂੰ ਐਜ਼ ਅ ਡਾਰਕ ਸਕਾਈ ਰਿਜ਼ਰਵ ਰਿਕੋਗਨਾਈਜ਼ ਕਰਦੀ ਆ ਔਨ ਦਾ ਬੇਸਿਸ ਆਫ ਦਾ ਪਾਲਿਸੀਜ਼ that are limiting the use of artificial light in those areas, ਠੀਕ ਹੈ ਜੀ। ਤੇ ਹੈਨਲੇ ਏਰੀਆ ਦੇ ਵਿੱਚ ਉਦਾਂ ਦੀਆਂ ਪਾਲਿਸੀਜ਼ ਕਹਿ ਲਓ ਵੀ ਹੁਣ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਉੱਥੇ ਲੈ ਕੇ ਆ ਰਿਹਾ ਤਾਂ ਕਿ ਉੱਥੇ ਜੋ ਆਰਟੀਫਿਸ਼ੀਅਲ ਲਾਈਟਨਿੰਗ ਆ ਉਹਨੂੰ ਮਿਨੀਮਮ ਕੀਤਾ ਜਾ ਸਕੇ, ਉਹਦੇ ਇੰਟਰਫੇਰੈਂਸ ਨੂੰ ਮਿਨੀਮਮ ਕੀਤਾ ਜਾ ਸਕੇ, ਧਿਆਨ ਰੱਖਿਓ। ਤੇ ਜਿਹੜੀ ਇੰਟਰਨੈਸ਼ਨਲ ਡਾਰਕ ਸਕਾਈ ਐਸੋਸੀਏਸ਼ਨ ਆ ਨਾ, ਇਹ ਆਸਟ੍ਰੇਲੀਆ ਬੇਸਡ ਐਸੋਸੀਏਸ਼ਨ ਹੈ ਨਾ, US ਬੇਸਡ ਐਸੋਸੀਏਸ਼ਨ ਹੈ, ਆਸਟ੍ਰੇਲੀਆ ਨਹੀਂ US ਬੇਸਡ ਇੱਕ ਪ੍ਰਾਈਵੇਟ ਐਸੋਸੀਏਸ਼ਨ ਆ ਜੋ ਇਹ ਚੀਜ਼ਾਂ ਰੈਕੋਗਨਾਈਜ਼ ਕਰਦੀ ਆ, ਠੀਕ ਹੈ ਜੀ। ਤੇ ਹੁਣ ਆਪਾਂ ਗੱਲ ਕਰੀਏ ਸਾਡੇ ਆ ਜੋ ਹੈਨਲੇ ਦੇ ਲਈ ਇਹਨਾਂ ਨੇ ਗਵਰਨਮੈਂਟ ਨੇ ਲਾਂਚ ਕੀਤਾ ਸੀ, ਤੇ ਸਾਡੀ ਹੈਨਲੇ ਆਬਜ਼ਰਵੇਟਰੀ, ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਹੈਨਲੇ ਕਈ ਪੁਆਇੰਟ ਆਫ ਵਿਊਜ਼ ਤੋਂ ਇੰਪੋਰਟੈਂਟ ਹੈ। ਤੇ ਡਾਰਕ ਸਕਾਈ ਰਿਜ਼ਰਵ ਦੇ ਨਾਲ ਨਾਲ ਇੱਕ ਉੱਥੇ ਹੈਨਲੇ ਆਬਜ਼ਰਵੇਟਰੀ ਆ, ਬਹੁਤ ਇੰਪੋਰਟੈਂਟ ਆ, ਧਿਆਨ ਰੱਖਿਓ। ਇਹ ਜੋ ਸਾਡਾ ਇੰਡੀਅਨ ਇੰਸਟੀਚਿਊਟ ਆਫ ਐਸਟਰੋਫਿਜ਼ਿਕਸ ਜੋ ਬੈਂਗਲੁਰੂ ਬੇਸਡ ਆ, ਉਹਨਾਂ ਦੀ ਐਸਟਰੋਨੋਮੀ ਸਟੇਸ਼ਨ ਆ, ਉਹਨਾਂ ਦਾ ਹਾਈ ਆਲਟੀਟਿਊਡ ਐਸਟਰੋਨੋਮੀ ਸਟੇਸ਼ਨ ਹੈ, ਠੀਕ ਹੈ ਜੀ। ਜੋ ਸਾਡਾ ਇੰਡੀਅਨ ਇੰਸਟੀਚਿਊਟ ਆਫ ਐਸਟਰੋਫਿਜ਼ਿਕਸ ਆ, ਉਹਨਾਂ ਦਾ ਹਾਈ ਆਲਟੀਟਿਊਡ ਐਸਟਰੋਨੋਮੀ ਸਟੇਸ਼ਨ ਕਿੱਥੇ ਆ? ਜੇ ਤੁਹਾਨੂੰ ਪੁੱਛਿਆ ਜਾਵੇ ਐਸਟਰੋਨੋਮੀ ਸਟੇਸ਼ਨ, ਉਹ ਹੈਨਲੇ ਲਦਾਖ ਦੇ ਵਿੱਚ ਆ, ਹੈਨਲੇ ਆਬਜ਼ਰਵੇਟਰੀ। ਤੇ ਦੂਸਰਾ ਪੁਆਇੰਟ ਤੋਂ ਜੋ ਵਰਲਡ ਦਾ ਹੈ 10th ਹਾਈਐਸਟ ਜੋ ਸਾਡਾ ਆਪਟੀਕਲ ਟੈਲੀਸਕੋਪ ਆ ਨਾ, ਜਦੋਂ ਆਪਾਂ ਉੱਚੇ ਲੈਵਲ ਦੀ ਗੱਲ ਕਰਦੇ ਹਾਂ ਵੀ ਆਪਟੀਕਲ ਟੈਲੀਸਕੋਪ ਜੋ ਵਰਲਡ ਦੇ ਲੱਗੇ ਨੇ, ਉਹਨਾਂ ਦੇ ਵਿੱਚੋਂ ਇਹ 10th ਹਾਈਐਸਟ ਆ, ਇਹ ਵੀ ਧਿਆਨ 'ਚ ਰੱਖਿਓ। ਤੇ ਇਹਦੇ ਨਾਲ ਨਾਲ ਕੁਝ ਹੋਰ ਉੱਥੇ ਸਾਡੇ ਟੈਲੀਸਕੋਪਸ ਨੇ ਜੋ ਇਹ ਲੋਕੇਸ਼ਨ ਦੇ ਵਿੱਚ ਹੈਗੇ ਨੇ। ਕਿਹੜੇ ਨੇ ਉਹ? ਦੀਜ਼ ਆਰ ਹਿਮਾਲਯਨ ਚੰਦਰਾ ਟੈਲੀਸਕੋਪ, ਦੈਨ ਹਾਈ ਐਨਰਜੀ ਗਾਮਾ ਰੇ ਟੈਲੀਸਕੋਪ। ਇਹਦੇ ਨਾਲ ਨਾਲ ਕੁਝ ਹੋਰ ਟੈਲੀਸਕੋਪਸ ਵੀ ਨੇ ਜੋ ਹੈਨਲੇ ਆਬਜ਼ਰਵੇਟਰੀ ਦੇ ਉਸੇ ਏਰੀਆ ਦੇ ਵਿੱਚ ਸਿਚੁਏਟਡ ਨੇ, ਠੀਕ ਹੈ ਜੀ। ਇਹਨਾਂ ਚੀਜ਼ਾਂ ਕਰਕੇ ਇੰਪੋਰਟੈਂਟ ਹੈ ਤੇ ਧਿਆਨ 'ਚ ਰੱਖਣਾ ਤੁਸੀਂ ਸਾਰਾ ਇਹ। ਤੇ ਹੁਣ ਆਪਾਂ ਜੋ ਸਾਡਾ ਕੁਐਸਚਨ ਸੀਗਾ ਸਾਡਾ ਕ੍ਰਿਪਟੋਗੈਮਿਕ ਗਾਰਡਨ ਦਾ, ਕਿ ਕਿੱਥੇ ਉਹ ਓਪਨ ਕੀਤਾ ਗਿਆ ਰੀਸੈਂਟਲੀ, ਉਹਦੇ ਆਨਸਰ ਕੀ ਆਏ ਨੇ ਦੇਖੀਏ। BBC, ਹਾਂਜੀ ਇਹਦਾ ਆਨਸਰ ਉੱਤਰਾਖੰਡ ਹੈ ਗਾਈਜ਼, ਸੀ ਨਹੀਂ ਹੈ। ਮੋਸਟਲੀ ਬੱਚਿਆਂ ਨੇ ਠੀਕ ਕੀਤਾ ਇਹਦਾ ਆਨਸਰ। ਇਹਦਾ ਆਨਸਰ ਹੈ ਉੱਤਰਾਖੰਡ। ਰੀਸੈਂਟਲੀ ਉੱਤਰਾਖੰਡ ਦੇ ਵਿੱਚ ਇੰਡੀਆ ਦਾ ਫਸਟ ਕ੍ਰਿਪਟੋਗੈਮਿਕ ਗਾਰਡਨ ਓਪਨ ਕੀਤਾ ਗਿਆ। ਕ੍ਰਿਪਟੋਗੈਮਿਕ ਦਾ ਮਤਲਬ ਹੁੰਦਾ ਕੁਝ ਉੱਦਾਂ ਦੇ ਪਲਾਂਟਸ ਨੇ, ਕੁਝ ਉੱਦਾਂ ਦੀਆਂ ਹਰਬਸ ਨੇ ਜਿਨ੍ਹਾਂ ਦੇ ਵਿੱਚ ਫਲਾਵਰਸ ਨਹੀਂ ਹੁੰਦੇ, ਜੋ ਸੀਡਸ ਨਹੀਂ ਪ੍ਰੋਡਿਊਸ ਕਰਦੇ, ਠੀਕ ਹੈ ਜੀ। ਉਹ ਹੁੰਦੇ ਨੇ ਕ੍ਰਿਪਟੋਗੈਮਿਕ ਗਾਰਡਨ, ਉਹ ਹੁੰਦੇ ਨੇ ਕ੍ਰਿਪਟੋਗੈਮਿਕ ਪਲਾਂਟਸ, ਜਾਂ ਕਹਿ ਲਓ ਵੀ ਸਾਡੇ ਜੋ ਹਰਬਸ ਨੇਗੀਆਂ। ਤੇ ਉੱਤਰਾਖੰਡ ਦੇ ਵਿੱਚ ਓਪਨ ਕੀਤਾ ਗਿਆ। ਦਿਸ ਵਾਜ਼ ਆਲ ਅਬਾਊਟ ਟੂਡੇਜ਼ ਲੈਕਚਰ। ਤੇ
ਹਾਂਜੀ ਕੁਲਵਿੰਦਰ ਜੀ, ਇਹਨਾਂ ਦੀਆਂ ਪੀਡੀਐਫਸ ਤੁਹਾਨੂੰ ਸਾਰੀਆਂ ਮਿਲਣਗੀਆਂ। ਮੈਂ ਪਹਿਲਾਂ ਵੀ ਦੱਸ ਚੁੱਕਿਆ, ਸ਼ਾਇਦ ਤੁਸੀਂ ਲੇਟ ਜੁਆਇਨ ਕੀਤਾ ਸਾਡੇ ਸੈਸ਼ਨ ਨੂੰ। ਮੈਂ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿੰਦਾ ਕਿ ਜੋ ਵੀ ਸਾਡੀ ਡਿਸਕਸ਼ਨਸ ਹੋ ਰਹੀਆਂ ਨੇ ਕਲਾਸ ਦੇ ਵਿੱਚ, ਉਹ ਚਾਹੇ ਜੀਐਸ ਦਾ ਜੋ ਸਾਡਾ ਪੰਜਾਬ ਜੀਕੇ ਦਾ ਬੈਚ ਚੱਲ ਰਿਹਾ, ਜੋ 9 ਵਜੇ ਕਲਾਸ ਸਟਾਰਟ ਹੋਣੀ ਆ, ਤੇ ਦੂਸਰਾ ਸਾਡਾ ਜੋ ਕਰੰਟ ਅਫੇਅਰਸ ਦਾ ਚੱਲ ਰਿਹਾ, ਉਹਨਾਂ ਸਾਰਿਆਂ ਦਾ ਜੋ ਵੀ ਪੀਪੀਟੀ ਕਲਾਸ 'ਚ ਡਿਸਕਸ ਕਰਦੇ ਆ, ਜਾਂ ਰਿਲੇਟਡ ਜੋ ਸਟੱਡੀ ਮਟੀਰੀਅਲ ਆ ਉਹ ਤੁਹਾਨੂੰ ਮਲੂਕਾ IAS ਐਪ, ਇਹ ਐਂਡਰੋਇਡ ਯੂਜ਼ਰਸ ਦੇ ਲਈ ਹੈ, ਪਲੱਸ ਜਿਹੜੇ ਬੱਚੇ iOS ਯੂਜ਼ ਕਰ ਰਹੇ ਨੇ ਜਾਂ ਐਪਲ ਦੇ ਫੋਨ ਯੂਜ਼ ਕਰ ਰਹੇ ਨੇ ਉਹਨਾਂ ਦੇ ਲਈ ਹੈ ਕਲਾਸ ਪਲੱਸ। ਠੀਕ ਹੈ ਜੀ, ਕਲਾਸ ਪਲੱਸ ਐਪ ਡਾਊਨਲੋਡ ਕਰੋ, ਇਹਨਾਂ ਤੇ ਰਜਿਸਟਰ ਕਰੋਗੇ ਜਦੋਂ ਤੁਸੀਂ, ਤੁਹਾਡੇ ਤੋਂ ਇੱਕ ਕੋਡ ਮੰਗਿਆ ਜਾਊ ODG ਕੋਡ, ਉਹ 'ਤੇ ਤੁਸੀਂ ਮਲੂਕਾ ਭਰਨਾ, ਸਿੰਪਲ ਮਲੂਕਾ ਭਰੋਗੇ ਤਾਂ ਤੁਸੀਂ ਮਲੂਕਾ ਦਾ ਜੋ ਮਲੂਕਾ IAS ਦਾ ਪੇਜ ਆ ਉੱਤੇ ਚਲੇ ਜਾਓਗੇ। ਉੱਥੇ ਤੁਸੀਂ ਜਾ ਕੇ ਬੈਚਿਸ ਦਾ ਆਪਸ਼ਨ ਆਊ, ਬੈਚ ਤੇ ਕਲਿੱਕ ਕਰੋਗੇ, ਬੈਚਿਸ ਦੀ ਆਪਸ਼ਨ ਤੇ ਕਲਿੱਕ ਕਰੋਗੇ ਤਾਂ ਤੁਸੀਂ ਉੱਥੇ ਤੁਹਾਨੂੰ ਫਿਰ ਇੱਕ ਕੋਡ ਮੰਗਿਆ ਜਾਊ, ਉੱਥੇ ਤੁਸੀਂ ਭਰਨਾ ਪੰਜਾਬ PCS 001। ਉਹਦੇ ਨਾਲ ਤੁਸੀਂ ਜੋ ਸਾਡੀਆਂ ਲਾਈਵ ਕਲਾਸਿਸ ਚੱਲਦੀਆਂ ਨੇ ਇਹਨਾਂ ਦੀ ਜੋ ਵੀ PPTs ਨੇ, ਜੋ ਸਟੱਡੀ ਮਟੀਰੀਅਲ, ਤੁਹਾਨੂੰ ਸਾਰਾ ਮਿਲ ਜੂਗਾ। ਠੀਕ ਹੈ ਜੀ, ਹੁਣ ਆਪਾਂ ਗੱਲ ਕਰੀਏ। ਹਾਂਜੀ ਰਮਨਜੋਤ ਜੀ, ਤੁਹਾਡਾ ਆਨਸਰ ਵੀ ਮੈਂ ਤੁਹਾਡੇ ਕੁਐਸਚਨ ਦਾ ਦਿੰਦਾ, ਬਟ ਪਹਿਲਾਂ ਆਪਾਂ ਜੋ ਕੁਐਸਚਨ ਸਟਾਰਟਿੰਗ 'ਚ ਲਿਆਂਦਾ ਸੀ 26 ਨਵੰਬਰ ਦੀ ਕੀ ਇੰਪੋਰਟੈਂਸ ਆ, ਬਹੁਤ ਬੱਚਿਆਂ ਨੇ ਉਹਦਾ ਆਨਸਰ ਕੀਤਾ, ਸਹੀ ਆਨਸਰ ਕੀਤਾ। ਫਸਟ ਇਜ਼ ਕਿ 26 ਨਵੰਬਰ ਆ ਜੋ ਇੰਡੀਅਨ ਕਨਸਟੀਟਿਊਸ਼ਨ ਡੇ ਦੇ ਤੌਰ ਤੇ ਆਪਾਂ ਸੈਲੀਬ੍ਰੇਟ ਕਰਦੇ ਹਾਂ ਸਿੰਸ 2015। ਕਿਉਂਕਿ 26 ਨਵੰਬਰ 1949 ਨੂੰ ਜੋ ਕਨਸਟੀਟਿਊਸ਼ਨ ਆਫ ਇੰਡੀਆ ਹੈਗਾ ਉਹਨੂੰ ਅਡੋਪਟ ਕੀਤਾ ਗਿਆ ਸੀ, ਉਹ ਬਣ ਗਿਆ ਸੀ, ਉਹਨੂੰ ਅਡੋਪਟ ਕਰ ਲਿਆ ਸੀ, ਤਾਂ ਕਰਕੇ ਆਪਾਂ 26 ਨਵੰਬਰ ਨੂੰ ਇੰਡੀਅਨ ਕਨਸਟੀਟਿਊਸ਼ਨ ਡੇ ਦੇ ਤੌਰ ਤੇ ਮਨਾਉਂਦੇ ਆ। ਪਲੱਸ 26/11 ਜੋ 2008 ਦੇ ਵਿੱਚ ਮੁੰਬਈ ਅਟੈਕਸ ਹੋਏ ਸੀ, ਉਹਨਾਂ ਕਰਕੇ ਵੀ ਇਹ ਡੇਟ ਇੰਪੋਰਟੈਂਟ ਹੈ। ਠੀਕ ਹੈ ਜੀ, ਇਹ ਜੋ ਕਨਸਟੀਟਿਊਸ਼ਨ ਦੀ ਗੱਲ ਹੈ ਪੋਲਿਟੀ ਦੀਆਂ ਕਲਾਸਾਂ 'ਚ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। 26 ਨਵੰਬਰ ਨੂੰ ਅਡੋਪਟ ਹੋਇਆ ਸੀ ਤੇ 26 ਜਨਵਰੀ 1950 ਨੂੰ ਇਹਨੂੰ ਆਪਾਂ ਕਮੈਂਸ ਕਰਤਾ ਸੀ, ਮਤਲਬ ਉਸ ਦਿਨ ਤੋਂ ਲਾਗੂ ਹੋ ਗਿਆ ਸੀ ਸਾਡਾ ਸੰਵਿਧਾਨ। ਤੇ 26 ਜਨਵਰੀ ਤੁਹਾਨੂੰ ਪਤਾ ਅਸੀਂ ਐਵਰੀ ਈਅਰ ਐਜ਼ ਅ ਰਿਪਬਲਿਕ ਡੇ ਮਨਾਉਂਦੇ ਆ। ਤੇ ਦਿਸ ਵਾਜ਼ ਆਲ ਅਬਾਊਟ ਆਰ ਟੂਡੇਜ਼ ਲੈਕਚਰ। ਸਤਿੰਦਰ ਜੀ, ਜੋ ਸਾਡਾ ਕੋਰਸ, ਜੋ ਸਾਡੀਆਂ ਕਲਾਸਿਸ ਚੱਲ ਰਹੀਆਂ ਨੇ, ਜੋ ਕਰੰਟ ਅਫੇਅਰਸ ਦੀਆਂ ਪਲੱਸ ਸਾਡਾ ਜੋ ਪੰਜਾਬ ਜੀਕੇ ਵਾਲਾ ਪਾਰਟ ਹੈ, ਇਹਦੀ ਕੋਈ ਫੀਸ ਨਹੀਂ ਹੈ, ਇਹ ਫ੍ਰੀ ਆਫ ਦਾ ਕਾਸਟ ਤੁਹਾਨੂੰ YouTube ਚੈਨਲ ਤੇ ਲਾਈਵ ਕਲਾਸਿਸ ਹੀ ਮਿਲਣਗੀਆਂ। ਇਹਨਾਂ ਦਾ ਜੋ ਸਟੱਡੀ ਮਟੀਰੀਅਲ ਹੈ ਉਹ ਤੁਹਾਨੂੰ ਸਾਡੀਆਂ ਐਪਸ ਤੇ ਮਿਲ ਜੂਗਾ। ਠੀਕ ਹੈ ਜੀ, ਇਹਨਾਂ ਦੀ ਕੋਈ ਫੀਸ ਨਹੀਂ ਹੈ, ਫ੍ਰੀ ਆਫ ਦਾ ਕਾਸਟ ਤੁਹਾਡੀ ਬੈਨੀਫਿਟ ਲਈ, ਤੁਹਾਨੂੰ PCS ਦੇ ਲਈ ਪ੍ਰੋਪਰ ਤੁਹਾਡੀ ਤਿਆਰੀ ਦੇ ਵਿੱਚ ਤੁਹਾਡੀ ਹੈਲਪ ਕਰਨ ਦੇ ਲਈ ਇਹ ਇਨੀਸ਼ੀਏਟਿਵ ਲਿਆਂਦਾ ਗਿਆ। ਸੋ ਇਹਦਾ ਬੈਨੀਫਿਟ ਲਓ ਤੇ ਹੋਰਾਂ ਦੇ ਨਾਲ ਵੀ ਸ਼ੇਅਰ ਕਰੋ, ਇਹਦੀ ਕੋਈ ਕਾਸਟ ਨਹੀਂ ਹੈ, ਫ੍ਰੀ ਆਫ ਦਾ ਕਾਸਟ ਹੈ। ਤੇ ਰਮਨਜੋਤ ਜੀ, ਕਰੰਟ ਅਫੇਅਰਸ, these current affairs are sufficient for preparation। ਹਾਂਜੀ ਬਿਲਕੁਲ ਜੀ, ਕਿਉਂਕਿ ਪਹਿਲੀ ਗੱਲ ਤਾਂ ਦੇਖੋ ਕਰੰਟ ਅਫੇਅਰਸ ਦੀ ਕੋਈ ਲਿਮਿਟ ਨਹੀਂ ਹੈ ਗਾਇਜ਼, ਹੈ ਨਾ, ਕਿਉਂਕਿ ਉਹ ਨਾ ਤਾਂ ਕਿਤੇ ਮੈਂਸ਼ਨ ਨੇ ਵੀ ਇੰਨੇ ਪੁੱਛਣੇ ਆਪਾਂ, ਲਿਮਿਟ ਕੋਈ ਨਹੀਂ ਹੈ ਉਹਨਾਂ ਦੀ। ਬਟ ਜੋ ਅਸੀਂ ਕਲਾਸ 'ਚ ਡਿਸਕਸ ਕਰ ਰਹੇ ਹਾਂ ਉਹ ਮੋਸਟ ਰੈਲੇਵੈਂਟ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਨੇ, ਮੋਸਟ ਇੰਪੋਰਟੈਂਟ ਨੇ। ਤੇ ਜੋ ਵੀ ਟੌਪਿਕ ਇੱਥੇ ਕਵਰ ਕਰਾਂਗੇ ਉਹ ਹੋਲਿਸਟਿਕ ਵੇਜ ਕਵਰ ਕਰਾਂਗੇ। ਜਿਹੜਾ ਕੁਝ ਕਲਾਸ 'ਚ ਉਹਨਾਂ ਬਾਰੇ ਹੋ ਗਿਆ ਉਹਦੇ ਤੋਂ ਬਾਹਰ ਤੁਹਾਨੂੰ ਕੁਝ ਪੜ੍ਹਨ ਦੀ ਲੋੜ ਨਹੀਂ ਹੈ। ਜੇ ਪੇਪਰ 'ਚ ਕੁਝ ਉਹਨਾਂ ਬਾਰੇ ਪੁੱਛਿਆ ਜਾਊ ਤਾਂ ਉਹ ਕਲਾਸ ਜੋ ਡਿਸਕਸ ਕਰ ਰਹੇ ਆ ਉਹਦੇ ਵਿੱਚੋਂ ਹੀ ਹੋਊ, ਬਾਹਰੋਂ ਨਹੀਂ ਹੋਊਗਾ। ਪਲੱਸ ਜੋ ਕਰੰਟ ਦੇ ਇਹਨਾਂ ਦੇ ਨਾਲ ਕੁਝ ਹੋਰ ਟੌਪਿਕਸ ਨੇ, ਉਹਨਾਂ ਨੂੰ ਜੇ ਅਸੀਂ ਕਲਾਸ 'ਚ ਤੁਹਾਡੇ ਨਾਲ ਡਿਸਕਸ ਨਹੀਂ ਕਰ ਰਹੇ ਤਾਂ ਉਹਨਾਂ ਦੀਆਂ ਉਹਨਾਂ ਦੀ ਜੋ PDF ਫਾਈਲਸ ਨੇ ਉਹ ਤੁਹਾਨੂੰ, ਜੋ ਉਹਨਾਂ ਦਾ ਸਟੱਡੀ ਮਟੀਰੀਅਲ ਹੈ, ਸਾਡੀਆਂ ਜੋ ਐਪਸ ਨੇ ਉਹਨਾਂ ਤੋਂ ਮਿਲ ਜਾਣਾ। ਠੀਕ ਹੈ, ਤਾਂ ਕਰੰਟ ਅਫੇਅਰਸ ਦੇ ਲਈ ਤੁਹਾਨੂੰ ਕੋਈ ਵਰੀ ਕਰਨ ਦੀ ਲੋੜ ਨਹੀਂ ਹੈ। ਕਲਾਸਿਸ ਲਾਓ ਤਰੀਕੇ ਨਾਲ, ਵਧੀਆ ਤਰੀਕੇ ਨਾਲ ਲਾਓ, ਪਲੱਸ ਜੋ ਸਾਡਾ ਸਟੱਡੀ ਮਟੀਰੀਅਲ ਹੈ ਉਹਨੂੰ ਦੇਖੋ ਜਾ ਕੇ। ਠੀਕ ਹੈ ਜੀ, ਜੇ ਕਿਸੇ ਨੂੰ ਕੋਈ ਹੋਰ ਡਾਊਟ ਹੋਵੇ ਤੁਸੀਂ ਪੁੱਛ ਸਕਦੇ ਹੋ। ਜੇ ਸਾਡਾ ਅੱਜ ਦਾ ਜੋ ਡਿਸਕਸ਼ਨ ਸੀ ਉਹ ਹੁਣ ਕੰਪਲੀਟ ਹੈ। ਤੇ ਹੁਣ ਬਸ ਆਪਾਂ 5-7 ਮਿੰਟਾਂ ਦੇ ਵਿੱਚ ਪੰਜਾਬ ਜੀਕੇ ਦੀ ਜੋ ਸਾਡੀ ਕੱਲ ਫਸਟ ਕਲਾਸ ਹੋਈ ਸੀ ਤੇ ਅੱਜ ਉਹਨੂੰ ਅੱਗੇ ਤੋਰਾਂਗੇ। ਸੈਕਿੰਡ ਕਲਾਸ ਆਪਾਂ 5-7 ਮਿੰਟ ਸਟਾਰਟ ਕਰਨ ਲੱਗੇ ਹਾਂ। ਤੇ ਇੱਕ ਹੋਰ ਅਨਾਊਂਸਮੈਂਟ ਹੈ ਗਾਇਜ਼ ਕਿ ਜੋ ਸਾਡੀ ਕਲਾਸ ਹੈ ਇਹ ਕੱਲ ਨੂੰ ਨਹੀਂ ਹੋਊਗੀ, ਸੰਡੇ ਨੂੰ ਕਲਾਸਿਸ ਸਾਡੀਆਂ ਆਫ ਰਹਿਣਗੀਆਂ। ਤੇ ਹੁਣ ਜੋ ਕਰੰਟ ਅਫੇਅਰਸ ਦੀ ਕਲਾਸ ਆ ਤੇ ਸਾਡੇ ਜੀਕੇ ਦੀ ਪਾਰਟ ਹੋਊ, ਉਹ ਆਪਾਂ ਮੰਡੇ ਔਨਵਰਡਸ ਦੁਬਾਰਾ ਸਟਾਰਟ ਕਰਾਂਗੇ। ਤੇ 5-7 ਮਿੰਟਾਂ 'ਚ ਆਪਾਂ ਪੰਜਾਬ ਜੀਕੇ ਵਾਲੀ ਸੈਕਿੰਡ ਕਲਾਸ ਸਟਾਰਟ ਕਰਨ ਜਾ ਰਹੇ ਹਾਂ। ਥੈਂਕ ਯੂ ਗਾਇਜ਼।